ਇਸ ਚੀਜ਼ ਨੂੰ ਮਹਿਸੂਸ ਕੀਤਾ ਹੋਵੇਗਾ ਇਸ ਸ਼ਬਦ ਦੇ ਵਿੱਚ ਕਿ ਜਿਵੇਂ ਇਹ ਸਾਰਾ ਕੁਝ ਸਾਡੀਆਂ ਅੱਖਾਂ ਦੇ ਸਾਹਮਣੇ ਵਰਤਦਾ ਸਮਾਜ ਦੇ ਵਿੱਚ ਆਪਾਂ ਵੇਖਦੇ ਹਾਂ। ਬੜੇ ਪਿਆਰੇ ਬੋਲ ਜੋ ਭਾਈ ਗੁਰਦਾਸ ਸਾਹਿਬ ਜੀਆਂ ਨੇ ਆਪਣੀਆਂ ਵਾਰਾਂ ਦੇ ਵਿੱਚ ਦਰਜ ਕੀਤੇ ਨੇ ਤੇ ਆਪ ਜੀ ਨੇ ਹੁਣੇ ਉਹ ਸ਼ਬਦ ਸਰਵਣ ਕੀਤਾ ਹੈ। ਭਾਈ ਗੁਰਦਾਸ ਜੀ ਦੀ ਇਹ 37ਵੀਂ ਵਾਰ ਆ ਜੀ ਤੇ ਪੌੜੀ 12ਵੀਂ ਆ ਤੇ ਇਸ ਦਾ ਟਾਈਟਲ ਆ ਜਿਹੜਾ ਉਹ ਆ ਮਾਪਿਆਂ ਦਾ ਉਪਕਾਰ ਵਿਸਾਰਨਾ ਪਾਪ ਹੈ। ਬੜੇ ਧਿਆਨ ਦੇ ਨਾਲ ਇਹਨੂੰ ਸੁਣਨ ਦਾ ਤੇ ਸਮਝਣ ਦਾ ਆਪਾਂ ਯਤਨ ਕਰਨਾ ਆ। ਕਿਤੇ ਗੁਰੂ ਕਿਰਪਾ ਕਰ ਦੇਵੇ ਇਹਨਾਂ ਬੋਲਾਂ ਨੂੰ ਪੜ੍ਹ ਕੇ ਸੁਣ ਕੇ ਕਿਤੇ ਸਾਡੇ ਮਨ ਵਿੱਚ ਦਇਆ ਆ ਜਾਏ, ਸਾਡਾ ਕਿਤੇ ਜੀਵਨ ਜਿਹੜਾ ਵਾ ਉਹ ਗੁਰਬਾਣੀ ਦੇ ਮੁਤਾਬਕ ਬਣ ਜਾਏ। ਕਿਉਂਕਿ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਇਹ ਘਰ ਇਵੇਂ ਦਾ ਨਹੀਂ ਕਿ ਇੱਥੇ ਇਕੱਲਾ ਪਰਲੋਕ ਸਵਾਰਨ ਦੀ ਗੱਲ ਕੀਤੀ ਜਾਂਦੀ ਹੋਵੇ। ਇੱਥੇ ਇਕੱਲਾ ਪਰਲੋਕ ਸਵਾਰਨ ਦੀ ਗੱਲ ਨਹੀਂ ਕੀਤੀ ਜਾਂਦੀ। ਇੱਥੇ ਸਤਿਗੁਰੂ ਜੀ ਪਹਿਲਾਂ ਇਸ ਲੋਕ ਨੂੰ ਸਵਾਰਨ ਦੀ ਗੱਲ ਕਰਦੇ ਆ ਤੇ ਜਦੋਂ ਇਸ ਲੋਕ ਦੀ ਗੱਲ ਆਵੇਗੀ ਤੇ ਸਭ ਨੂੰ ਉਹ ਪਰਿਵਾਰ ਤੋਂ ਸ਼ੁਰੂ ਹੋਣੀ ਆ। ਪਰਿਵਾਰ ਦੇ ਵਿੱਚ ਸਭ ਤੋਂ ਪਹਿਲਾਂ ਮਾਤਾ ਪਿਤਾ ਤੇ ਫਿਰ ਔਲਾਦ, ਮਾਪੇ ਤੇ ਬੱਚੇ। ਹੁਣ ਸਤਿਗੁਰੂ ਜੀ ਕਿਰਪਾ ਕਰਦੇ ਆ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪਹਿ ਮੇਲੇ। ਪਹਿਲਾਂ ਇਸ ਲੋਕ ਨੂੰ ਸਵਾਰਨਾ ਹੈ ਕਿਉਂਕਿ ਇਹ ਵੀ ਇੱਕ ਮਤ ਹੈ, ਇਹ ਵੀ ਇੱਕ ਧਰਮ ਆ ਕਿ ਤੁਸੀਂ ਇੱਥੋਂ ਵਾਲਾ ਜੋ ਕੁਝ ਕੀਤਾ ਇਕੱਠਾ ਉਹ ਸਾਰਾ ਕੁਝ ਸਾਡੇ ਕੋਲ ਲੈ ਕੇ ਆਓ। ਤੁਸੀਂ ਬੋਰਡ ਦੇ ਉੱਪਰ ਚੜ੍ਹਨਾ ਹੈ, ਬੋਰਡ ਦੇ ਉੱਪਰੋਂ ਚੜ੍ਹ ਕੇ ਥੱਲੇ ਆਰਾ ਪਿਆ ਹੋਵੇਗਾ, ਆਰੇ ਤੇ ਤੁਸੀਂ ਛਾਲ ਮਾਰਨੀ ਆ, ਤੁਹਾਡੀ ਗਰਦਨ ਵੱਖਰੀ ਹੋ ਜਾਏਗੀ, ਤੁਹਾਨੂੰ ਸਵਰਗਾਂ ਦੇ ਵਿੱਚ ਥਾਂ ਪ੍ਰਾਪਤ ਹੋ ਜਾਣੀ ਆ। ਇੱਥੋਂ ਵਾਲੇ ਜੀਵਨ ਤੋਂ ਦੁਖੀ ਹੋ, ਆਪਣਾ ਸਾਰਾ ਕੁਝ ਲਿਆਓ ਤੇ ਲਿਆ ਕੇ ਸਾਨੂੰ ਦਾਨ ਕਰ ਦਿਓ। ਇਹ ਹਿੰਦੁਸਤਾਨ ਦਾ ਹੀ ਮੱਤ ਹੈ ਜੀ ਇੱਕ। ਇਹਨੂੰ ਗੁਰੂ ਰਾਮਦਾਸ ਮਹਾਰਾਜ ਜੀ ਨੇ ਰੱਬੀ ਬਾਣੀ 'ਚ ਸਮਝਾਇਆ। ਪਾਤਸ਼ਾਹ ਕਹਿੰਦੇ ਆ ਕਿ ਮੱਕਰ ਪ੍ਰਾਗ ਦਾਨ ਬਹੁ ਕੀਏ, ਸਿਰ ਕਰਵਤ ਤਰਾਏ। ਮਾਘ ਮਹੀਨੇ ਦੀ ਜਦੋਂ ਸੰਗਰਾਂਦ ਹੋਇਆ ਕਰਦੀ ਸੀ ਤੇ ਹਿੰਦੁਸਤਾਨ ਦੀ ਧਰਤੀ ਤੇ ਇਹ ਵੀ ਇੱਕ ਇਦਾਂ ਦਾ ਜਗ੍ਹਾ ਸੀ, ਇਵੇਂ ਦਾ ਇੱਕ ਥਾਂ ਕਿ ਤੁਸੀਂ ਆਓ, ਜੇ ਦੁਖੀ ਹੋ, ਆਪਣੇ ਪਰਿਵਾਰ ਤੋਂ ਦੁਖੀ ਹੋ ਜਾਂ ਕਿਸੇ ਹੋਰ ਘਟਨਾਕ੍ਰਮ ਕਰਕੇ ਦੁਖੀ ਹੋ ਤੇ ਸਾਰਾ ਕੁਝ ਦੇ ਦਿਓ ਬ੍ਰਾਹਮਣਾਂ ਨੂੰ, ਪੰਡਤਾਂ ਨੂੰ ਦੇ ਦਿਓ। ਧਾਰਮਿਕ ਗੁਰੂ ਜਿਹੜੇ ਅਖਵਾਉਂਦੇ ਸਨ ਉਸ ਸਮੇਂ, ਤੇ ਆਪ ਤੁਸੀਂ ਮਰ ਜਾਓ ਤੇ ਤੁਹਾਨੂੰ ਅੱਗੇ ਸਵਰਗ ਮਿਲੇਗਾ। ਪਰ ਸਤਿਗੁਰੂ ਜੀ ਐਵੇਂ ਨਹੀਂ, ਸਤਿਗੁਰੂ ਜੀ ਸਾਡਾ ਇਹ ਲੋਕ ਸਵਾਰਦੇ ਆ। ਪਹਿਲਾਂ ਸਤਿਗੁਰੂ ਜੀ ਇਸ ਲੋਕ ਨੂੰ ਸਵਾਰਨ ਦੀ ਗੱਲ ਕਰਦੇ ਆ। ਤਾਂ ਹੀ ਤੇ ਰੱਬੀ ਬਾਣੀ 'ਚ ਪੜ੍ਹਦੇ ਆਪਾਂ, ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰ ਧਾਰ, ਪੂਰੈ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰੀਖਿਆ। ਹਲਤ ਸੁਖ ਪਲਤ ਸੁਖ, ਹਲਤ ਇਹ ਵਾਲਾ ਲੋਕ ਜਿਹਦੇ 'ਚ ਅੱਜ ਵਿਚਰ ਰਹੇ ਆ, ਤੇ ਦੂਜਾ ਜਿਹੜਾ ਅਜੇ ਆਉਣਾ ਆ ਸਮਾਂ। ਹਲਤ ਸੁਖ ਪਲਤ ਸੁਖ, ਨਿਤ ਸੁਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ। ਹੁਣ ਸਤਿਗੁਰੂ ਸਾਹਿਬ ਮਹਾਰਾਜ ਜੀ ਕਿਰਪਾ ਕਰਦੇ ਆ ਕਿ ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਲੋਕ ਨੂੰ ਵੀ ਸਵਾਰਨ ਦੀ ਗੱਲ ਮੇਰੇ ਪਾਤਸ਼ਾਹ ਜੀ ਕਰਦੇ ਆ। ਹੁਣ ਜਿਹੜੇ ਸ਼ਬਦ, ਜਿਹੜੇ ਬੋਲ ਆਪ ਜੀ ਨੇ ਸਰਵਣ ਕੀਤੇ ਨੇ, ਇਹਨਾਂ ਬੋਲਾਂ ਵਿੱਚ ਭਾਈ ਗੁਰਦਾਸ ਸਾਹਿਬ ਜੀ ਮਾਂ ਪਿਓ ਦੇ ਜਿਹੜੇ ਉਪਕਾਰ ਨੇ, ਕਿਵੇਂ ਇੱਕ ਦੰਪਤੀ, ਇੱਕ ਜੋੜਾ ਉਹ ਆਪਣੇ ਜੀਵਨ ਦੀ ਸ਼ੁਰੂਆਤ ਕਰਦਾ ਆ। ਉਹਨਾਂ ਦੇ ਗ੍ਰਸਥ ਧਰਮ ਦੀ ਸ਼ੁਰੂਆਤ ਹੁੰਦੀ ਹੈ। ਉਹਨਾਂ ਦੇ ਵੱਡੇ, ਉਹਨਾਂ ਦੇ ਜਿਹੜੇ ਮਾਪੇ ਹੁੰਦੇ ਨੇ, ਉਹਨਾਂ ਵਾਸਤੇ ਰਿਸ਼ਤਾ ਟੋਲਦੇ ਆ। ਧੀ ਵਾਲਿਆਂ ਨੂੰ ਫਿਕਰ ਹੁੰਦਾ ਹੈ ਕਿ ਅਸੀਂ ਚੰਗਾ ਜਵਾਈ ਭਾਈ ਲੱਭੀਏ, ਤੇ ਲੜਕੇ ਵਾਲਿਆਂ ਨੂੰ ਫਿਕਰ ਹੁੰਦਾ ਹੈ ਕਿ ਅਸੀਂ ਚੰਗਾ ਖਾਨਦਾਨ, ਚੰਗਾ ਪਰਿਵਾਰ, ਚੰਗੀ ਨੂੰਹ ਆਪਣੇ ਘਰ ਵਿੱਚ ਲੈ ਕੇ ਆਈਏ। ਪਰ ਕਿਤੇ ਨਾ ਕਿਤੇ ਦੂਜੇ ਪਾਸੇ ਇਵੇਂ ਦੀ ਬਿਰਤੀ ਵੀ ਜਿਹੜੀ ਆ ਉਹ ਕੰਮ ਕਰ ਰਹੀ ਹੁੰਦੀ ਆ ਕਿ ਕੱਲੀ ਨੂੰਹ ਨਹੀਂ, ਕਿਉਂਕਿ ਆਪਾਂ ਦੋਵੇਂ ਪੱਖ ਨਾਲ ਨਾਲ ਲੈ ਕੇ ਚੱਲਣੇ, ਇੱਕ ਪੱਖ ਦੀ ਗੱਲ ਨਹੀਂ ਕਰਨੀ। ਅਸੀਂ ਧੀ ਨਹੀਂ ਬਣਾਉਣਾ ਚਾਹੁੰਦੇ, ਕੇਵਲ ਦਾਜ ਖਾਤਰ ਵੇਖਦੇ ਹਾਂ ਆਪਾਂ ਕਿੰਨੀਆਂ ਥਾਵਾਂ ਦੇ ਉੱਤੇ ਕਿੰਨਾ ਕੁਛ ਹੋਇਆ। ਕਿੰਨੀਆਂ ਧੀਆਂ ਪੰਜਾਬ ਦੀ ਧਰਤੀ ਦੇ ਉੱਤੇ ਸਟੋਪ ਨੂੰ ਅੱਗਾਂ ਲੱਗ ਜਾਂਦੀਆਂ ਸੀ। ਜਿੰਨੀ ਦੇਰ ਬਗਾਨੀ ਧੀ ਵਿਆਹ ਕੇ ਘਰ ਨਹੀਂ ਸੀ ਲਿਆਂਦੀ, ਓਨੀ ਦੇਰ ਕਦੇ ਸਟੋਪ ਨੂੰ ਅੱਗ ਨਹੀਂ ਲੱਗੀ ਸੀ ਆਪਣੇ ਆਪ, ਕਦੇ ਸਿਲੰਡਰ ਨਹੀਂ ਸੀ ਫਟਿਆ। ਕਿੰਨੀਆਂ ਘਟਨਾਵਾਂ ਇਦਾਂ ਦੀਆਂ ਹੋਈਆਂ ਕਿ ਜਦੋਂ ਵਿਆਹੇ ਗਏ
ਤੇ ਵਿਆਹੇ ਜਾਣ ਤੋਂ ਬਾਅਦ ਜਦੋਂ ਬਾਹਰੋਂ ਇੱਕ ਜੀ ਘਰ ਵਿੱਚ ਲੈ ਕੇ ਆ ਗਿਆ, ਜਿਹਨੂੰ ਢੋਲ ਢਮੱਕੇ ਦੇ ਨਾਲ ਵਿਆਹ ਕਰਕੇ ਲੈ ਕੇ ਆਂਦਾ, ਉਦੋਂ ਬਹੁਤ ਸਿਲੰਡਰ ਫਟੇ ਪੰਜਾਬ ਦੀ ਧਰਤੀ ਦੇ ਉੱਤੇ। ਬੜੇ ਬਿਜਲੀ ਦੇ ਕਰੰਟ ਲੱਗਦੇ ਨੂੰਹਾਂ ਨੂੰ ਹੀ ਸੀ, ਧੀ ਨੂੰ ਨਹੀਂ ਸੀ ਲੱਗਦਾ ਕਰੰਟ। ਕਰੰਟ ਲੱਗਦਾ ਸੀ ਜਿਹੜੀ ਨੂੰਹ ਵਿਆਹ ਕੇ ਲਿਆਂਦੀ ਆ ਉਹਨੂੰ ਲੱਗਦਾ ਹੁੰਦਾ ਸੀ। ਆਪਣੇ ਆਪ ਹੀ ਹੋ ਗਿਆ ਜੀ ਇਹ। ਬਹੁਤ ਕੁਝ ਇਵੇਂ ਦਾ ਵਾਪਰਿਆ। ਖੈਰ ਉਹ ਇੱਕ ਅਲੱਗ ਵਿਸ਼ਾ ਆ। ਦਾਜ ਦੇ ਸੰਬੰਧ ਵਿੱਚ ਜਦੋਂ ਮੌਕਾ ਮਿਲਿਆ ਜ਼ਰੂਰ ਆਪ ਜੀ ਦੇ ਨਾਲ ਬਚਨ ਸਾਂਝਾ ਕਰਾਂਗਾ। ਅੱਜ ਦਾ ਬੋਲ ਕੇਵਲ ਹੁਣ ਉਹ ਰਿਸ਼ਤਾ ਲੱਭਿਆ ਜਾਂਦਾ ਹੈ। ਇੱਕ ਪਾਸੇ ਜਵਾਈ ਟੋਲਿਆ ਜਾ ਰਿਹਾ, ਇੱਕ ਪਾਸੇ ਨੂੰਹ ਵਾਸਤੇ ਭਾਲ ਜਾਰੀ ਆ, ਤੇ ਪਤਾ ਨਹੀਂ ਅਸੀਂ ਇੰਚੀ ਟੇਪ ਮਿਣ ਕੇ ਰਿਸ਼ਤੇ ਕਰਦੇ ਆ, ਹਾਈਟ ਤੱਕ ਮਿਣੀ ਜਾਂਦੀ ਆ, ਪੜ੍ਹਾਈਆਂ ਪੁੱਛੀਆਂ ਜਾਂਦੀਆਂ, ਬੜਾ ਕੁਝ, ਬੜੀ ਪੁੱਛ-ਗਿੱਛ ਕਰਕੇ ਫੇਰ ਰਿਸ਼ਤੇ ਕੀਤੇ ਜਾਂਦੇ ਨੇ। ਪਰ ਪਤਾ ਨਹੀਂ ਕਚਹਿਰੀਆਂ ਦੇ ਵਿੱਚ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਨੀਆਂ ਭੀੜਾਂ ਲੱਗੀਆਂ, ਤੇ ਉਹ ਜਿਹੜੇ ਬੱਚੇ ਛੋਟੇ-ਛੋਟੇ ਨਾਲ ਵਿਚਾਰੇ, ਉਹ ਕਦੇ ਮਾਂ ਵੱਲ ਵੇਖਦੇ ਆ ਤਾਰੀਖ ਤੇ ਆਇਆ ਹੋਇਆ, ਕਦੇ ਆਪਣੇ ਪਿਤਾ ਵੱਲ ਵੇਖਦੇ ਆ ਕਿ ਪਤਾ ਨਹੀਂ ਅਸੀਂ ਕਿਹਦੇ ਹਿੱਸੇ ਆਵਾਂਗੇ। ਜਿਨ੍ਹਾਂ ਦਾ ਕੋਈ ਦੋਸ਼ ਨਹੀਂ, ਜਿਨ੍ਹਾਂ ਦਾ ਕੋਈ ਕਸੂਰ ਨਹੀਂ ਵਿਚਾਰਿਆਂ ਦਾ, ਭੀੜਾਂ ਲੱਗੀਆਂ ਪਈਆਂ, ਭੀੜਾਂ ਜੀ। ਉਹਨਾਂ ਦਾ ਤੇ ਕੋਈ ਦੋਸ਼ ਨਹੀਂ ਨਾ, ਉਹ ਕਿਸੇ ਗੱਲ ਦੇ ਵਿੱਚ ਕਿ ਪਿਤਾ ਸ਼ਰਾਬ ਪੀਂਦਾ, ਕੋਈ 2-3 ਸਾਲ ਦਾ ਜਿਹੜਾ ਬੱਚਾ ਆ ਛੋਟਾ, ਉਹਨੂੰ ਕੀ ਪਤਾ ਆ? ਉਹਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ। ਤੇ ਫਿਰ ਕਿੱਥੇ ਕਮੀ ਰਹਿ ਜਾਂਦੀ ਹੈ ਸਾਡੇ ਰਿਸ਼ਤੇ ਕਰਨ ਦੇ ਵਿੱਚ? ਕਿਉਂ ਇਸ ਗੱਲ ਨੂੰ ਨਹੀਂ ਸਮਝਦੇ? ਕਿਉਂਕਿ ਰਹਿਤ ਮਰਿਆਦਾ ਦਾ ਇਹ ਬੋਲਿਆ ਸਭ ਤੋਂ ਪਹਿਲਾਂ ਤੇ ਆਪ ਅਸੀਂ ਸਿੱਖ ਬਣੀਏ, ਸਿੱਖ ਰਹੁ ਰੀਤ ਦੇ ਮੁਤਾਬਕ ਆਪਣਾ ਜੀਵਨ ਬਸਰ ਕਰੀਏ। ਦੂਜੇ ਨੰਬਰ ਤੇ ਫਿਰ ਗੁਰਸਿੱਖ ਨੇ ਜੇ ਆਪਣੀ ਧੀ ਜਾਂ ਪੁੱਤਰ ਦੀ ਸ਼ਾਦੀ ਕਰਨੀ ਆ, ਤੇ ਉਹ ਅਗਲੇ ਪਾਸੇ ਵੀ ਪਰਿਵਾਰ ਉਵੇਂ ਦਾ ਲੱਭੇ ਜਿਹੜਾ ਨਿਤਨੇਮੀ ਹੋਵੇ, ਗੁਰਬਾਣੀ ਦੀ ਕਦਰ ਕਰਨ ਵਾਲਾ, ਗੁਰਬਾਣੀ ਦਾ ਅਦਬ ਕਰਨ ਵਾਲਾ, ਸਤਿਕਾਰ ਕਰਨ ਵਾਲਾ ਹੋਵੇ, ਤੇ ਆਪੇ ਦੋਵੇਂ ਪਾਸਿਆਂ ਦਾ ਮਿਲਾਪ ਬੜਾ ਵਧੀਆ ਬਣ ਜਾਏਗਾ। ਕਿਉਂਕਿ ਉਹਨੇ ਵੀ ਪੜ੍ਹਿਆ ਹੋਣਾ ਵਾ ਕਿ ਵਿਆਹ ਹੋਆ ਮੇਰੇ ਬਾਬੁਲਾ, ਤੇ ਉਹਨੇ ਵੀ ਰੱਬੀ ਬਾਣੀ ਚੋਂ ਬੋਲ ਪੜ੍ਹੇ ਹੋਣੇ ਆ ਕਿ ਹਰ ਦੇਵੋ ਦਾਨ ਮੈਂ ਦਾਜੋ। ਤੇ ਦਾਜ ਕਿਹੜਾ ਹੈ ਜੀ? ਹਰ ਕੱਪੜੋ ਹਰ ਸ਼ੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ। ਮੈਨੂੰ ਹਰੀ ਦੇ ਨਾਮ ਵਾਲਾ ਚੋਲਾ ਦੇ, ਮੈਨੂੰ ਉਸ ਪਰਮੇਸ਼ਰ ਦੀ ਬੰਦਗੀ ਵਾਲਾ ਦਾਜ ਦੇ ਮੈਨੂੰ। ਤੇ ਅਗਲਿਆਂ ਨੂੰ ਵੀ ਪਤਾ ਹੋਣਾ ਵੀ ਇਹ ਨਾਮ ਦੀ ਦਾਤ ਲੈ ਕੇ ਆਈ ਆ, ਨਾਮ ਰੂਪੀ ਦਾਜ ਆਪਣੇ ਨਾਲ, ਇਤਿਹਾਸ ਆਪਣੇ ਨਾਲ ਦਾਜ ਵਿੱਚ ਲੈ ਕੇ ਆਈ ਆ। ਹੁਣ ਇਸ ਤੋਂ ਅਗਾਂਹ ਜਿਹੜਾ ਅੱਜ ਦਾ ਵਿਸ਼ਾ ਆ, ਇਹ ਕਿਉਂਕਿ ਆਰੰਭ ਵਿੱਚ ਬੇਨਤੀ ਕਰਨੀ ਜ਼ਰੂਰੀ ਸੀ। ਹੁਣ ਰਿਸ਼ਤਾ ਹੋ ਗਿਆ ਦੋਵੇਂ ਪਾਸੇ, ਜਦੋਂ ਰਿਸ਼ਤਾ ਮੇਲ ਮਿਲਾਪ ਬਣ ਗਿਆ, ਵਿਆਹ ਹੋ ਗਿਆ। ਹੁਣ ਵਿਆਹ ਹੋਣ ਤੋਂ ਬਾਅਦ ਜਿਹੜਾ ਸਿਲਸਿਲਾ ਸ਼ੁਰੂ ਹੁੰਦਾ ਆ, ਉਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸੁਣਿਓ, ਕਿਉਂਕਿ ਭਾਈ ਗੁਰਦਾਸ ਸਾਹਿਬ ਨੇ ਇੱਥੋਂ ਸ਼ੁਰੂਆਤ ਕੀਤੀ ਹੈ। ਕਹਿਣ ਲੱਗੇ ਬੜੀਆਂ ਸੁੱਖਾਂ ਸੁਖੀਆਂ ਮਾਂ ਨੇ ਆਪਣਾ ਪੁੱਤ ਵਿਆਹੁਣਾ ਹੈ, ਪੁੱਤ ਵਿਆਹੁਣਾ, ਬੜੀਆਂ ਸੁਖਣਾ ਸੁੱਖ ਸੁੱਖ ਕੇ ਜਿਹੜੀ ਭੈਣ ਮਿਲਣੀ, ਜਿਹੜੀ ਬੀਬੀ ਮਿਲਣੀ, ਉਹਦੇ ਨਾਲ ਹੀ ਗੱਲ ਕਰਕੇ ਉਹਨੂੰ ਕਹਿਣਾ, ਨਹੀਂ ਮੇਰੇ ਪੁੱਤਰ ਵਾਸਤੇ ਕੋਈ ਰਿਸ਼ਤਾ ਵੇਖ, ਨਹੀਂ ਮੇਰੀ ਧੀ ਵਾਸਤੇ ਕੋਈ ਰਿਸ਼ਤਾ ਵੇਖ, ਕੋਈ ਚੰਗਾ ਪਰਿਵਾਰ ਹੋਵੇ। ਤੇ ਉਹ ਜਦੋਂ ਰਿਸ਼ਤਾ ਮਿਲ ਗਿਆ, ਵਿਆਹ ਹੋ ਗਿਆ, ਬੜੀਆਂ ਸੁਖਣਾ ਸੁੱਖ ਕੇ ਵਿਆਹ ਕੀਤਾ, ਬੜੇ ਢੋਲ ਧਮੱਕੇ ਨਾਲ। ਜੇ ਗੁੰਜਾਇਸ਼ ਨਹੀਂ ਸੀ ਹੈਗੀ ਕੋਲ, ਤਾਂ ਵੀ ਇੱਧਰੋਂ ਉੱਧਰੋਂ ਕਰਕੇ ਕਿ ਧੀ ਦਾ ਵਿਆਹ ਹੈ, ਪੁੱਤਰ ਦਾ ਵਿਆਹ ਆ, ਚਲੋ ਚੰਗੇ ਤਰੀਕੇ ਦੇ ਨਾਲ ਹੋ ਜਾਏ। ਉਹ ਤੇ ਅਸੀਂ ਰਹਿਤ ਜਿੱਡਾ ਸੌਖਾ ਸਿੱਖੀ ਦੇ ਵਿੱਚ ਵਿਆਹ ਕਰਨਾ ਜੀ, ਓਡਾ ਕਿਸੇ ਵੀ ਧਰਮ 'ਚ ਸੌਖਾ ਨਹੀਂ ਹੈਗਾ। ਜੇ ਦੋਵਾਂ ਪਾਸਿਆਂ ਦੇ 4-4 ਜੀ ਆਉਣ, 5-5 ਜੀ ਆਉਣ, ਤੇ ਅੱਧਾ ਕਿਲੋ ਦੇਗ ਨਹੀਂ ਮੁੱਕਦੀ। ਤੇ ਜਿਹੜੇ ਗ੍ਰੰਥੀ ਸਿੰਘ ਨੇ ਲਾਵਾਂ ਕਰਾਉਣੀਆਂ, ਜੇ ਉੱਥੇ ਹੈ ਠੀਕ, ਜੇ ਆਪ ਨੂੰ ਆਉਂਦੀਆਂ ਤੇ ਪਰਿਵਾਰ ਚੋਂ ਵੀ ਕੋਈ ਜੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਵਿੱਚ ਬਹਿ ਕੇ ਲਾਵਾਂ ਕਰਾ ਸਕਦਾ ਹੈ। ਕੜਾਹ ਪ੍ਰਸ਼ਾਦੀ ਦੇਗ ਤੇ ਸ਼ਰਧਾ ਦੇ ਮੁਤਾਬਕ ਜਿਹੜੀ ਕੋਈ ਭੇਟਾ ਸਤਿਗੁਰੂ ਸਾਹਿਬ ਮਹਾਰਾਜ ਜੀ ਦੇ ਸ਼ੁਕਰਾਨੇ 'ਚ ਰੱਖਣੀ ਆ, ਚਰਨਾਂ 'ਚ ਮੱਥਾ ਟੇਕਣਾ ਆ। ਵੱਧ ਤੋਂ ਵੱਧ ਰੁਮਾਲ ਸਾਹਿਬ ਜਿਹੜੇ ਭਾਵਨਾ ਨਾਲ ਆਪਾਂ ਭੇਟ ਕਰਦੇ ਹਾਂ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੂੰ। ਇਸ ਤੋਂ ਇਲਾਵਾ ਕੋਈ ਖਰਚਾ ਨਹੀਂ। ਇੰਨਾ ਸਿੰਪਲ, ਇੰਨਾ ਸਾਦਾ ਗੱਲ ਹੈ ਵੀ ਉੱਥੇ ਤੇ ਖਰਚਾ ਹੁੰਦਾ ਹੀ ਕੋਈ ਨਹੀਂ। ਖਰਚਾ ਤੇ ਗੁਰਦੁਆਰੇ ਤੋਂ ਬਾਹਰ ਹੀ ਹੁੰਦਾ ਜਿਹੜਾ ਹੁੰਦਾ ਹੈ। ਤੇ ਇਹ ਵੀ ਹੁਣ ਜੇ ਅੱਜ ਹੁਣ ਵਿਸ਼ਾ ਇਹ ਚੱਲਿਆ ਤੇ ਜ਼ਰੂਰ ਗੱਲ ਕਰਨੀ ਆ ਕਿ ਜਿੱਥੇ ਤੇ ਅਸੀਂ ਕਿਸੇ ਵਿਆਹ ਵਿੱਚ ਜਾਂਦੇ ਹਾਂ, ਸ਼ਾਦੀ ਵਿੱਚ ਜਾਂਦੇ ਹਾਂ, ਖਾਸ ਕਰਕੇ ਗੁਰਸਿੱਖ ਪਰਿਵਾਰਾਂ 'ਚ ਜਿੱਥੇ ਅਲਾਵਾਂ ਹੁੰਦੀਆਂ, ਆਨੰਦ ਕਾਰਜ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਤਰਾਸ ਦੀ ਇਹ ਆ ਸਾਡੀ ਕਿ ਉੱਥੇ ਜੀ ਕਿੰਨੇ ਕੁ ਹੁੰਦੇ ਨੇ। ਹਰ ਕੋਈ ਤੇ ਭੱਜਦਾ ਹੈ ਉਸ ਹਾਲ ਵੱਲ ਜਿੱਥੇ ਕੋਈ ਬੁਕਿੰਗ ਕੀਤੀ ਹੋਈ ਆ, ਜਿੱਥੇ ਛਕਣ ਛਕਾਉਣ ਵਾਲਾ ਤੇ ਕੋਈ ਨੱਚਣ ਗਾਉਣ ਵਾਲਾ ਪ੍ਰੋਗਰਾਮ ਆ। ਬੱਚਿਆਂ ਨੂੰ ਅਸੀਸ ਦੇਣ ਵਾਸਤੇ ਅਸੀਂ ਅਰਦਾਸ ਵਿੱਚ ਕਿੰਨੇ ਸ਼ਾਮਲ ਹੋਣ ਵਾਸਤੇ ਜਾਂਦੇ, ਉੱਥੇ ਤੇ ਕਿਸੇ ਨੂੰ ਇੱਧਰੋਂ ਪਕੜਿਆ, ਕਿਸੇ ਨੂੰ ਇੱਧਰੋਂ ਪਕੜਿਆ, ਕੋਈ 4 ਜੀ ਮਸਾਂ ਹੀ ਇੱਕ ਗੱਡੀ ਭਰਦੀ ਹੈ, ਕੋਈ ਤੁਰਨ ਵਾਸਤੇ ਤਿਆਰ ਹੀ ਨਹੀਂ ਹੁੰਦਾ। ਤੇ ਅਸਲ ਵਿੱਚ ਕੰਮ ਹੀ ਉਹ ਹੁੰਦਾ ਕਿ ਉੱਥੇ ਬੱਚਿਆਂ ਵਾਸਤੇ ਅਸੀਂ ਅਰਦਾਸ ਵਿੱਚ ਸ਼ਾਮਲ ਹੋਣਾ, ਉਹਨਾਂ ਨੂੰ ਅਸੀਸ ਦੇਣੀ ਕਿ ਇਹਨਾਂ ਦਾ ਗ੍ਰਸਥ ਧਰਮ ਸ਼ੁਰੂਆਤ ਹੋਣ ਲੱਗੀ ਹੈ ਇਹਨਾਂ ਦੀ, ਤੇ ਸਤਿਗੁਰੂ ਇਹਨਾਂ ਤੇ ਕਿਰਪਾ ਕਰੇ। ਉੱਥੇ ਕੋਈ ਜਾਣ ਵਾਸਤੇ ਤਿਆਰ ਨਹੀਂ ਗੁਰੂ ਕੇ ਚਰਨਾਂ ਵਿੱਚ, ਉੱਥੇ ਤੇ ਖਰਚਾ ਹੀ ਕੋਈ ਨਹੀਂ।
ਖਰਚਾ ਤੇ ਉਸ ਤੋਂ ਬਾਹਰ ਆ, ਤੇ ਉਹ ਅਸੀਂ ਜਾਣ-ਬੁੱਝ ਕੇ ਕਰਦੇ ਆ। ਇਹ ਵੀ ਗੱਲ ਨਾਲ ਹੈ ਕਿ ਭਾਵੇਂ ਕਰੋੜਾਂ ਰੁਪਈਆ ਖਰਚ ਲਿਆ ਜਾਏ, ਤੇ ਜੇ ਅਸੀਂ ਕਹੀਏ ਨਾ ਕਿ ਲੋਕ ਖੁਸ਼ ਹੋ ਜਾਣਗੇ, ਕਿਉਂਕਿ ਭਗਤ ਕਬੀਰ ਸਾਹਿਬ ਰੱਬੀ ਬਾਣੀ 'ਚ ਕਿਰਪਾ ਕਰਦੇ, ਇਹੋ ਜਿਹੇ ਕੰਮ ਕਿਉਂ ਕੀਤੇ ਜਾਂਦੇ ਨੇ? ਕੇਵਲ ਆਪਣਾ ਨੱਕ ਉੱਚਾ ਰੱਖਣ ਵਾਸਤੇ ਤੇ ਆਪਣੇ ਕੰਨਾਂ ਨਾਲ ਆਪਣੀ ਸ਼ੋਭਾ ਸੁਣਨ ਵਾਸਤੇ। ਧਿਆਨ ਨਾਲ ਮੈਂ ਦੁਬਾਰਾ ਰਿਪੀਟ ਕਰਦਿਆਂ ਸੁਣ ਲਿਆ ਜੇ। ਰੱਬੀ ਬਾਣੀ ਦਾ ਬੋਲਿਆ ਪਾਤਸ਼ਾਹ ਕਿਰਪਾ ਕਰਦੇ ਨੇ ਕਿ ਸੰਤ ਜਨ ਪਰਵਾਹ ਨਹੀਂ ਕਰਦੇ, ਤੇ ਦੂਜੇ ਲੋਕ ਨੇ ਜਿਹੜੇ ਉਹ ਇਸ ਗੱਲ ਦੀ ਬੜੀ ਪਰਵਾਹ ਕਰਦੇ, ਬੜੀ ਫਿਕਰ ਕਰਦੇ ਆ, ਲੋਕ ਸਾਨੂੰ ਕੀ ਕਹਿਣਗੇ, ਲੋਕ ਸਾਨੂੰ ਕੀ ਕਹਿਣਗੇ। ਉਹ ਕਹਿੰਦੇ ਆ ਪਹਿਲਾਂ ਆਪਣਾ ਨੱਕ ਉੱਚਾ ਰੱਖਣ ਵਾਸਤੇ, ਭਗਤ ਕਬੀਰ ਸਾਹਿਬ ਕਹਿੰਦੇ ਆ ਲੋਕੀ ਆਪਣਾ ਨੱਕ ਉੱਚਾ ਰੱਖਣ ਵਾਸਤੇ ਪਹਿਲਾਂ, ਤੇ ਫੇਰ ਜਦੋਂ ਖਰਚਾ ਕਰ ਲਿਆ, ਤੇ ਜੇ ਕਿਸੇ ਨੇ ਸਲਾਇਆ ਹੀ ਨਾ, ਤੇ ਫਿਰ ਬੰਦਾ ਆਪ ਪੁੱਛਦਾ ਠੀਕ ਹੋ ਗਿਆ ਪ੍ਰਬੰਧ ਸਾਰਾ, ਤੇ ਸਾਰਾ ਕੁਝ ਠੀਕ ਬਣਿਆ ਨਾ? ਆ ਫਲਾਣੀ ਚੀਜ਼ ਫਲਾਣੇ ਥਾਂ ਤੋਂ ਮੰਗਾਈ ਆ, ਫਲਾਣੀ ਉੱਥੋਂ ਆਈ ਆ, ਦੂਜੀ ਉੱਥੋਂ ਆਈ ਆ। ਆਪਣਾ ਨੱਕ ਉੱਚਾ ਰੱਖਣ ਵਾਸਤੇ ਸਭ ਕੁਝ ਕੀਤਾ, ਤੇ ਕੰਨਾਂ ਦੇ ਨਾਲ ਫਿਰ ਆਪਣੀ ਤਾਰੀਫ ਸੁਣਨ ਦਾ ਚਸਕਾ ਪੈ ਗਿਆ। ਕੱਲੇ ਕੱਲੇ ਨੂੰ ਪੁੱਛਿਆ ਫਿਰ ਗੁਰਦੁਆਰੇ ਆਨੰਦ ਕਾਰਜ ਤੇ ਔਖਾ ਹੈ ਹੀ ਨਹੀਂ ਸੀ, ਤੇ ਅਸੀਂ ਔਖਾ ਬਣਾ ਲਿਆ, ਆਪ ਬਣਾ ਲਿਆ ਜੀ। ਹੁਣ ਸ਼ਾਦੀ ਹੋ ਗਈ, ਵਿਆਹ ਹੋ ਗਿਆ, ਨੂੰਹ ਨੂੰ ਵਿਆਹ ਕੇ ਲੈ ਆਂਦਾ ਘਰ ਦੇ ਵਿੱਚ। ਹੁਣ ਉੱਥੇ ਮਾਤਾ ਪਿਤਾ ਨੇ, ਤੇ ਰੱਬੀ ਬਾਣੀ ਨੇ ਨਾ ਇਸ ਗ੍ਰਸਤੀ ਜੀਵਨ ਵਾਸਤੇ ਬਹੁਤ ਕੁਝ ਸਮਿਟਿਆ ਹੈ, ਬਹੁਤ ਕੁਝ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਸਾਨੂੰ ਇਹਦੇ ਸੰਬੰਧ ਵਿੱਚ ਇਸ ਜੀਵਨ ਨੂੰ ਸਫਲ ਬਣਾਉਣ ਦੇ ਲਈ, ਜੇ ਸਾਹਿਬਾਂ ਨੇ ਆਖਿਆ ਹੈ ਨਾ ਕਿ ਗ੍ਰਸਤੀ ਜੀਵਨ ਧਾਰਨ ਕਰਨਾ ਹੈ, ਤੇ ਉਹਦੇ ਚ ਇਹ ਵੀ ਗੱਲ ਨਾਲ ਕਹੀ ਕਿ ਹੱਸੰਦਿਆਂ ਖੇਲੰਦਿਆਂ ਪਹਿਨੰਦਿਆਂ ਖਾਵੰਦਿਆਂ ਚੜ੍ਹਦੀ ਕਲਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਉਹ ਜੀਵਨ ਬਤੀਤ ਕੀਤਾ ਜਾ ਸਕਦਾ ਆ। ਉੱਥੇ ਸਤਿਗੁਰੂ ਸਾਹਿਬ ਮਹਾਰਾਜ ਇੱਕ ਜੀਵ ਇਸਤਰੀ ਨੂੰ ਸਮਝਾਉਂਦਿਆਂ ਉਦਾਹਰਨ ਲੈ ਰਹੇ ਆ ਇੱਕ ਨਵੀਂ ਵਿਆਹੀ ਨੂੰਹ ਦੀ, ਇੱਕ ਧੀ ਦੀ ਜਿਹਦਾ ਨਵਾਂ ਵਿਆਹ ਹੋਇਆ ਆ। ਉਹਨੂੰ ਦੱਸਦੇ ਆ ਭਈ ਕਿਵੇਂ ਸਹੁਰੇ ਪਰਿਵਾਰ ਵਿੱਚ ਮਾਣ ਮਿਲਦਾ ਆ। ਤੈਨੂੰ ਦੱਸਾਂ, ਭਗਤ ਫਰੀਦ ਸਾਹਿਬ ਪਹਿਲਾਂ ਸਵਾਲ ਕਰਦੇ, ਫਿਰ ਜਵਾਬ ਦਿੰਦੇ ਆ। ਅਖੀਰਲੇ ਸ਼ਲੋਕ ਭਗਤ ਫਰੀਦ ਸਾਹਿਬ, ਸ਼ੇਖ ਫਰੀਦ ਸਾਹਿਬ, ਉਹ ਕਹਿੰਦੇ ਆ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਨਈਆ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਮੈਂ ਕਿਹੜਾ ਵੇਸ ਬਣਾਵਾਂ, ਕਿਹੜਾ ਗੁਣ ਧਾਰਨ ਕਰਾਂ, ਕਿਹੜਾ ਮੰਤਰ ਰੱਖਾਂ, ਕਿਵੇਂ ਬੋਲਿਆ ਕਰਾਂ ਕਿ ਮੇਰਾ ਪਤੀ ਮੇਰੇ ਤੇ ਰੀਝ ਪਵੇ, ਮੈਨੂੰ ਸਹੁਰੇ ਪਰਿਵਾਰ ਵਿੱਚ ਮਾਣ ਹਾਸਲ ਹੋਵੇ। ਤੇ ਹੁਣ ਭਗਤ ਫਰੀਦ ਸਾਹਿਬ ਨੇ ਇਹਦਾ ਜਵਾਬ ਦਿੱਤਾ। ਉਹ ਆਖਦੇ ਆ ਖਵਣ ਸੋ ਅੱਖਰ, ਸਹਿ ਜਾਣਾ ਕਿਸੇ ਚੀਜ਼ ਨੂੰ, ਬਰਦਾਸ਼ਤ ਕਰ ਜਾਣਾ। ਜਿਵੇਂ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਆਪਣੀ ਧੀ ਨੂੰ ਤੋਰਨ ਲੱਗਿਆਂ ਇਹ ਗੱਲ ਕਹੀ ਸੀ ਕਿ ਧੀਏ ਹਮੇਸ਼ਾ ਇਹ 3 ਭੱਬੇ ਚੇਤੇ ਰੱਖਣੇ ਆ। ਪਾਤਸ਼ਾਹ ਜੀ ਕਿਹੜੇ? ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਆਖਿਆ ਸੀ ਧੀਏ ਸਭ ਤੋਂ ਪਹਿਲਾਂ ਇਹ ਭੱਬਾ ਚੇਤੇ ਰੱਖਣਾ ਜੀ, ਭੁੱਲੀ ਜੀ ਮੇਰੇ ਕੋਲੋਂ ਭੁੱਲ ਹੋ ਗਈ ਹੋਣੀ ਆ, ਉੱਥੇ ਸਾਰਾ ਬਖੇੜਾ ਖਤਮ ਹੋ ਜਾਏਗਾ। ਪਰ ਇਹ ਗੱਲ ਅਸੀਂ ਕਹਿਣ ਨੂੰ ਤਿਆਰ ਹੀ ਨਹੀਂ। ਇਹ ਗੱਲ ਤੇ ਕੋਈ ਵੀ ਕਹਿਣ ਨੂੰ ਤਿਆਰ ਨਹੀਂ, ਨਾ ਸੱਸ ਕਹਿਣ ਨੂੰ ਤਿਆਰ ਹੈ, ਨਾ ਨੂੰਹ ਕਹਿਣ ਨੂੰ ਤਿਆਰ ਹੈ, ਨਾ ਪਤੀ ਕਹਿਣ ਨੂੰ ਤਿਆਰ ਹੈ ਕਿ ਮੇਰੇ ਕੋਲੋਂ ਭੁੱਲ ਹੋ ਗਈ, ਨਾ ਪਤਨੀ ਕਹਿਣ ਨੂੰ ਤਿਆਰ ਹੈ ਕਿ ਮੇਰੇ ਕੋਲੋਂ ਭੁੱਲ ਹੋ ਗਈ। ਕੋਈ ਵੀ ਨਹੀਂ ਕਹਿੰਦਾ ਇਹ ਗੱਲ। ਪਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਇਹ ਸਿੱਖਿਆ, ਉਹ ਪਾਤਸ਼ਾਹ ਕਹਿੰਦੇ ਆ ਜੇ ਕੋਈ ਬਖੇੜਾ ਹੋਣ ਲੱਗੇ ਨਾ, ਤੇ ਉਹਨੂੰ ਪਹਿਲਾਂ ਹੀ ਸਾਊਟ ਆਊਟ ਕਰ ਲਓ ਵੀ ਭੁੱਲੀ ਜੀ, ਭੁੱਲ ਹੋ ਗਈ ਜੀ, ਕੁਛ ਨਹੀਂ ਵਿਗੜਦਾ ਉਹਦੇ ਨਾਲ। ਦੂਸਰਾ, ਭਲਾ ਜੀ, ਕਿਸੇ ਨੇ ਕੁਝ ਵਧੀਕੀ ਕਰ ਦਿੱਤੀ, ਕੋਈ ਬੋਲ ਕਬੋਲ ਕਹਿ ਦਿੱਤਾ ਜਾਂ ਕੁਛ ਵੀ ਵਰਤ ਗਿਆ, ਤੇ ਪਤਾ ਕੀ ਕਹਿਣਾ ਹੈ? ਕਹਿਣਾ ਜੀ ਭਲਾ ਜੀ, ਜੋ ਹੋ ਗਿਆ ਉਹਦੀ ਰਜ਼ਾ 'ਚ ਆ, ਭਲਾ ਆ। ਜੇ ਆਪਾਂ ਨੂੰ ਪਤਾ ਆ ਕਿ ਆਪਾਂ ਉਹ ਰਿਸ਼ਤਾ ਨਿਭਾਉਣਾ ਆ, ਇਹ ਗੱਲਾਂ ਦੋਵਾਂ ਵਾਸਤੇ ਨੇ। ਇਹ ਨਹੀਂ ਕਿ ਸੱਸ ਨੂੰਹ ਵੱਲ ਵੇਖ ਕੇ ਕਹੀ ਜਾ ਵੀ ਇਹ ਤੇਰੇ ਵਾਸਤੇ ਆ, ਤੇ ਨੂੰਹ ਸੱਸ ਵੱਲ ਵੇਖ ਕੇ ਕਹੀ ਜਾ ਵੀ ਇਹ ਤੇਰੇ ਵਾਸਤੇ। ਨਹੀਂ ਨਹੀਂ, ਇਹ ਸਾਡੇ ਸਾਰਿਆਂ ਵਾਸਤੇ ਆ ਜੀ। ਭਲਾ ਜੀ, ਜੋ ਹੋ ਗਿਆ ਜੀ ਭਲਾ ਹੈ। ਸਭ ਤੋਂ ਪਹਿਲਾਂ ਭੁੱਲੀ ਜੀ, ਭਲਾ ਜੀ, ਤੇ ਭਾਣਾ ਜੀ। ਇਹ ਮਾਲਕ ਦੀ ਰਜ਼ਾ ਆ ਜੀ, ਉਹਦਾ ਭਾਣਾ ਆ। ਖੁਸ਼ੀ ਆ ਗਈ, ਉਹਦੇ ਭਾਣੇ ਵਿੱਚ ਖੁਸ਼ੀ ਆ। ਪਰ ਹੁਣ ਗੱਲ ਇਹ ਆ ਕਿ ਅਸੀਂ ਭਾਣਾ ਸ਼ਬਦ ਜੋੜੀ ਕੇਵਲ ਮੌਤ ਦੇ ਨਾਲ ਬੈਠੇ ਆ। ਜੇ ਕਿਸੇ ਦੀ ਮੌਤ ਹੋ ਗਈ ਉਸੋਂ ਹੀ ਕਹਿੰਦੇ ਆ ਜੀ ਇਹ ਭਾਣਾ ਵਰਤ ਗਿਆ। ਭਾਣਾ, ਭਾਣਾ ਜੋ ਉਸ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹ ਹੀ ਵਰਤਿਆ ਹੈ, ਉਹ ਹੀ ਵਾਪਰਿਆ ਹੈ। ਹੁਣ ਉਹ ਵਿਆਹ ਹੋ ਜਾਂਦਾ ਹੈ, ਤੇ ਭਗਤ ਫਰੀਦ ਸਾਹਿਬ ਕਹਿੰਦੇ ਆ ਸਭ ਤੋਂ ਪਹਿਲਾਂ ਖਵਣ ਸੋ ਅੱਖਰ। ਭਗਤ ਸ਼ੇਖ ਫਰੀਦ ਸਾਹਿਬ ਜੀਆਂ ਦੇ ਬੋਲ ਨੇ, ਜਿੱਥੇ ਉਹ ਪਹਿਲਾਂ ਸਵਾਲ ਕਰਕੇ ਕਹਿੰਦੇ ਆ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹਉ ਕਰੀ ਜਿਤ ਵਸ ਆਵੈ ਕੰਤ। ਤੇ ਅੱਗੇ ਸ਼ੇਖ ਫਰੀਦ ਸਾਹਿਬ ਜੀ ਆਖਦੇ ਆ ਨਿਵਣ ਸੋ ਅੱਖਰ, ਨਿਮਰਤਾ, ਨਿਮਰਤਾ ਦੇ ਵਿੱਚ ਰਹਿਣਾ। ਨਿਵਣ ਸੋ ਅੱਖਰ ਖਵਣ ਗੁਣ, ਸਹਿ ਜਾਣਾ, ਬਰਦਾਸ਼ਤ ਕਰ ਜਾਣਾ, ਸਹਿਣਸ਼ੀਲਤਾ
ਵੱਧ ਤੋਂ ਵੱਧ ਜਿੰਨੀ ਹੋਵੇ, ਉਹ ਇਹਨਾਂ ਰਿਸ਼ਤਿਆਂ ਨੂੰ ਨਿਭਾਉਣ ਵਾਸਤੇ ਬੜੀ ਯੋਗ ਹੈ। ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ। ਭੈਣੇ ਆ ਤਿੰਨ ਵੇਸ ਬਣਾ ਲਏ ਆਪਣੇ। ਨਿਵਣ ਨਿਉਣਾ, ਨਿਉਣਾ ਭਾਵ ਨਿਮਰਤਾ ਵਿੱਚ ਰਹਿਣਾ। ਖਵਣ ਸਹਿਨਸ਼ੀਲਤਾ, ਭਲਾ ਜੀ ਭਾਣਾ ਜੀ ਉਹਦਾ ਏ। ਨਿਵਣ ਸੋ ਅੱਖਰ ਖਵਣ ਗੁਣ, ਜਿਹਬਾ ਮਣੀਆਂ ਮੰਤ, ਜ਼ੁਬਾਨ ਮਿੱਠਾ ਬੋਲੇ, ਜ਼ੁਬਾਨ ਚੰਗਾ ਬੋਲੇ, ਸ਼ੁਭ ਬੋਲੇ। ਦੋਵੇਂ ਤਰ੍ਹਾਂ ਹੀ ਸ਼ੁਭ ਬੋਲਣ। ਇਹ ਨਹੀਂ ਕਿ ਸੱਸ ਆਖੇ ਨਹੀਂ ਜੀ ਮੈਂ ਤੇ ਸੱਸ ਆ, ਐਵੇਂ ਨਹੀਂ ਗੱਲ ਬਣਦੀ ਪਰਿਵਾਰਾਂ ਦੇ ਵਿੱਚ। ਦੋਵਾਂ ਧਿਰਾਂ ਨੂੰ ਹੀ ਸਮਝਣਾ ਪਵੇਗਾ। ਪਰ ਮੈਂ ਤੇ ਅਕਸਰ ਜਦੋਂ ਹੀ ਸੰਗਤ ਦੇ ਵਿੱਚ ਬੋਲਣ ਦਾ ਮੌਕਾ ਮਿਲਦਾ, ਜਾਂ ਖਾਸ ਕਰਕੇ ਜਦੋਂ ਬੀਬੀਆਂ ਦੇ ਵਿੱਚ ਮੇਰੀਆਂ ਭੈਣਾਂ ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ, ਉਹਨਾਂ ਦੇ ਵਿੱਚ ਸਮਾਂ ਮਿਲਦਾ, ਤੇ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਕਿ ਸਾਰਾ ਘਰਾਂ ਦਾ ਮਾਹੌਲ ਤੁਹਾਡੇ ਤੇ ਡਿਪੈਂਡੈਂਟ ਹੁੰਦਾ ਆ, ਖਾਸ ਕਰਕੇ ਪੰਜਾਬ ਦੀ ਧਰਤੀ ਤੇ, ਕਿਉਂਕਿ ਆਪਾਂ ਨਾਲ ਪਿਛੋਕੜ ਸਾਰਿਆਂ ਦਾ ਜੁੜਿਆ ਹੋਇਆ, ਸਾਡੇ ਪਰਿਵਾਰ ਨੇ। ਹੁਣ ਅਸੀਂ ਇਸ ਗੱਲ ਨੂੰ ਵੇਖਦੇ ਹਾਂ, ਇਸ ਗੱਲ ਨੂੰ ਸਮਝਦੇ ਹਾਂ ਕਿ ਪਰਿਵਾਰਾਂ ਦਾ ਪੂਰਾ ਮਾਹੌਲ ਜਿਹੜਾ ਵਾ ਉਹ ਲੇਡੀਜ਼ ਦੇ ਹੱਥ ਵਿੱਚ ਆ, ਉਹ ਔਰਤਾਂ ਦੇ ਹੱਥ ਵਿੱਚ, ਇੱਕ ਬੀਬੀ ਦੇ ਹੱਥ ਵਿੱਚ ਹੁੰਦਾ ਹੈ। ਬੰਦੇ ਨੇ ਸਵੇਰੇ ਕੰਮ ਤੇ ਜਾਣਾ, ਤੇ ਜਦੋਂ ਕੰਮ ਤੇ ਜਾਣਾ ਹੁੰਦਾ ਹੈ ਤੇ ਕਈ ਵਾਰੀ ਉਹ ਚੰਗਾ ਭਲਾ ਆਪਣੇ ਪਰਿਵਾਰ ਨੂੰ ਹੱਸਦਿਆਂ ਖੇਡਦਿਆਂ ਛੱਡ ਕੇ ਜਾਂਦਾ ਹੈ, ਤੇ ਉਹਦੇ ਆਉਣ ਤੋਂ ਮਗਰੋਂ ਘਰ ਪਰਤਣ ਤੋਂ ਪਹਿਲਾਂ ਹੀ ਮਹਾਂਭਾਰਤ ਚੱਲਿਆ ਹੁੰਦਾ ਘਰ ਦੇ ਵਿੱਚ, ਤੇ ਉਹ ਬੜਾ ਫਿਰ ਕਸੂਤਾ ਫਸ ਜਾਂਦਾ ਹੈ, ਨਾ ਉਧਰ ਜੋਗਾ ਤੇ ਨਾ ਉਧਰ ਜੋਗਾ। ਹੁਣ ਸਤਿਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਾਰੀਆਂ ਗੱਲਾਂ ਰੱਬੀ ਬਾਣੀ 'ਚ ਸਮਝਾਉਂਦੇ ਆ। ਇੱਥੋਂ ਤੱਕ ਇੱਕ ਨੌਂ ਨੇ ਆਪਣੀ ਸੱਸ ਦਾ ਅਦਬ ਕਿਵੇਂ ਕਰਨਾ ਹੈ ਜੀ, ਇੱਥੋਂ ਤੱਕ ਤੁਹਾਨੂੰ ਇਹ ਬੋਲ ਪ੍ਰਾਪਤ ਹੋਣਗੇ। ਤੁਸੀਂ ਅੱਜ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸ਼ਲੋਕ 12 ਤੇ ਵਧੇਕ ਉਹ ਪੜ੍ਹ ਕੇ ਵੇਖਿਓ, ਤੇ ਤੁਹਾਨੂੰ ਪਹਿਲਾ ਸ਼ਲੋਕ ਹੀ ਇਸ ਸੰਬੰਧ ਦੇ ਵਿੱਚ ਪ੍ਰਾਪਤ ਹੋਵੇਗਾ। ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਕਰਦੇ, ਕਹਿੰਦੇ ਉਹ ਤੰਗੀ ਪਇਓ ਹਰੀ ਗਹਿਰੀ ਗੰਭੀਰੀ, ਸਸੁੜ ਸੋਹੀਆ ਕਿਵ ਕਰੀ, ਨਿਵਣ ਨਾ ਜਾਏ ਥਣੀ। ਹੁਣ ਬੜੇ ਕਮਾਲ ਦੇ ਬੋਲ ਨੇ, ਉਹਦੇ ਅਰਥਾਂ ਵੱਲ ਖਾਸ ਕਰਕੇ ਧਿਆਨ ਦਿਆ ਜੀ। ਹੁਣ ਕਹਿਣ ਲੱਗੇ ਇੱਕ ਨੂੰਹ ਵਿਆਹੀ ਆਈ, ਤੇ ਉਹ ਕਹਿੰਦੀ ਮੈਂ ਮੇਰੀ ਸੱਸ ਦੇ ਚਿਹਰੇ ਤੇ ਝੁਰੜੀਆਂ ਪਈਆਂ ਹੋਈਆਂ, ਮੈਂ ਇਹਨੂੰ ਕਾਹਦੇ ਵਾਸਤੇ ਮੱਥਾ ਟੇਕਾਂ, ਮੈਂ ਇਹਦਾ ਸਤਿਕਾਰ ਕਾਹਦੇ ਵਾਸਤੇ ਕਰਾਂ ਜੀ। ਤੇ ਕਹਿਣ ਲੱਗੇ ਕੋਈ ਸਿਆਣੀ ਦਾਨੀ ਭੈਣ ਸੀ ਲਾਗੇ, ਉਹਨੇ ਕਿਹਾ ਕੋਈ ਸਮਾਂ ਸੀ ਜਦੋਂ ਇਹ ਵੀ ਇਸ ਘਰ ਵਿੱਚ ਵਿਆਹੀ ਆਈ ਸੀ, ਇਹਦੇ ਤੇ ਵੀ ਬੜਾ ਰੂਪ ਹੁੰਦਾ ਸੀ, ਪਰ ਤੂੰ ਆਪਣੇ ਸਰੀਰ ਦਾ, ਆਪਣੇ ਰੂਪ ਦਾ ਗੁਮਾਨ ਨਾ ਕਰ, ਮਾਣ ਨਾ ਕਰ, ਕਿਉਂਕਿ ਇੱਥੇ ਤੇ ਪੱਕੇ ਕਿਲੇ ਜਿਨ੍ਹਾਂ ਦੀ ਬੜੀ ਬੜੀ ਮਨਿਆਦ ਮਿਸਤਰੀ ਬਣਾਉਣ ਲੱਗਿਆ ਕਹਿੰਦੇ ਸੀ ਜੀ ਇਹਨੂੰ ਬਹੁਤ ਚੂਨਾ ਲਾਤਾ ਜੀ, ਬੜੀਆਂ ਡੂੰਘੀਆਂ ਨੇ ਇਹਦੀਆਂ ਨੀਆਂ, ਇਹ ਨਹੀਂ ਡਿੱਗਦਾ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਢਹਿ ਢੇਰੀ ਹੁੰਦੇ ਵੇਖੇ ਨੇ, ਉਹ ਇਸ ਸਰੀਰ ਦਾ ਕੀ ਮਾਣ ਕਰਨਾ। ਇਹ ਤੇ ਇੱਕ ਛੋਟਾ ਜਿਹਾ ਕੋਈ ਦਾਗ ਚਿਹਰੇ ਤੇ ਪੈ ਜਾਏ ਤੇ ਸਾਰੇ ਚਿਹਰੇ ਦੀ ਉਹ ਖੂਬਸੂਰਤੀ ਨੂੰ ਵਿਗਾੜ ਦਿੰਦਾ ਆ। ਕੋਈ ਛੋਟੀ ਮੋਟੀ ਸੱਟ ਲੱਗ ਜਾਏ ਬੰਦੇ ਦੇ ਤੇ ਉਹ ਚਿਹਰੇ ਕਰੂਪ ਹੋ ਜਾਂਦੇ ਨੇ। ਤਾਂ ਕਰਕੇ ਤੇ ਸਾਹਿਬ ਆਖਦੇ ਆ ਸਾਂਝ ਕਰੀਜੈ ਗੁਣਾ ਕੇਰੀ, ਗੁਣਾ ਦੀ ਸਾਂਝ ਹੁੰਦੀ ਹੈ, ਕੇਵਲ ਚਮੜੀ ਤੱਕ ਸੀਮਤ ਨਹੀਂ ਰਹਿਣਾ ਹੁੰਦਾ। ਹੁਣ ਉਹ ਜਿਹੜਾ ਬੋਲ ਗੁਰੂ ਨਾਨਕ ਸਾਹਿਬ ਦਾ ਆ, ਪਾਤਸ਼ਾਹ ਕਹਿੰਦੇ ਆ ਉਹ ਤੰਗੀ ਪਇਓ ਹਰੀ ਗਹਿਰੀ ਗੰਭੀਰੀ, ਸਸੁੜ ਸੁਹੀਆ ਕਿਵ ਕਰੀ, ਨਿਵਣ ਨਾ ਜਾਏ ਥਣੀ। ਉਹ ਨਵੀਂ ਵਿਆਹੀ ਕਹਿੰਦੀ ਮੇਰੇ ਕੋਲ ਝੁਕਿਆ ਹੀ ਨਹੀਂ ਜਾਂਦਾ ਇਹਦੇ ਸਾਹਮਣੇ, ਮੈਂ ਇਹਦੇ ਸਾਹਮਣੇ ਮੇਰਾ ਸੁਭੱਪਣ, ਮੇਰਾ ਰੂਪ ਇਹਦੇ ਸਾਹਮਣੇ ਝੁਕਣ ਹੀ ਨਹੀਂ ਦਿੰਦਾ ਮੈਨੂੰ, ਇੰਨਾ ਫਤੂਰ ਉਸ ਚੀਜ਼ ਦਾ ਸਵਾਰ। ਤੇ ਅਗਲੀ ਸਹੇਲੀ ਅੱਗੋਂ ਕਹਿੰਦੀ ਆ, ਜੇ ਸ਼ੁਰੂਆਤ ਹੁੰਦੀ ਹੈ ਬੋਲਾਂ ਦੀ, ਉਹ ਤੰਗੀ ਪਇਓ ਹਰੀ ਗਹਿਰੀ ਗੰਭੀਰੀ, ਸਸੁੜ ਸੁਹੀਆ ਕਿਵ ਕਰੀ, ਨਿਵਣ ਨਾ ਜਾਏ ਥਣੀ, ਗੱਚ ਜੇ ਲੱਗਾ ਗਿੜਵੜੀ, ਸਖੀਏ ਧੌਲ ਹਰੀ, ਸੇ ਪੀ ਟੈਂਦੇ ਡਿਠ ਮੈਂ ਮੁੰਦ ਨਾ ਗਰਭ ਥਣੀ। ਕਹਿਣ ਲੱਗੇ ਆਪਣੇ ਰੂਪ ਆਪਣੀ ਜਵਾਨੀ ਦਾ ਮਾਣ ਨਾ ਕਰ, ਇੱਥੇ ਬੜੇ ਬੜੇ ਕਿਲੇ ਢਹਿ ਢੇਰੀ ਹੁੰਦੇ ਵੇਖੇ ਗਏ ਹਨ। ਹੁਣ ਭਾਈ ਗੁਰਦਾਸ ਸਾਹਿਬ ਜੀਆਂ ਦੇ ਬੋਲ, ਕਿਉਂਕਿ ਮੁੱਖ ਵਿਸ਼ਾ ਜਿਹੜਾ ਉਹਨਾਂ ਨੂੰ ਆਪਾਂ ਬਣਾਇਆ ਆ, ਕਹਿਣ ਲੱਗੇ ਕਿ ਜਦੋਂ ਜੀਵ ਪੈਦਾ ਹੁੰਦਾ ਹੈ, ਬੜੇ ਕਮਾਲ ਦੇ ਬੋਲ ਭਾਈ ਗੁਰਦਾਸ ਸਾਹਿਬ ਨੇ ਵਰਤੇ। ਕਹਿੰਦੇ ਜਦੋਂ ਤੇ ਉਹ ਜੀਵ ਪੈਦਾ ਹੁੰਦਾ ਹੈ, ਤੇ ਪੈਦਾ ਹੁੰਦਿਆਂ ਸਾਰ ਰੱਬੀ ਬਾਣੀ ਦਾ ਬੋਲਿਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ, ਉਧਰੋਂ ਲਿਵ ਛੁੜਕ ਜਾਂਦੀ ਆ ਜੀ, ਵਿੱਚੋਂ ਗਰਭ ਹੈ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿੱਤ ਲਾਇਆ। ਕਹਿੰਦੇ ਸਾਈਂ ਨਾਲੋਂ ਤਾਰ ਟੁੱਟ ਗਈ, ਸੰਸਾਰ ਨਾਲ ਜੁੜ ਗਈ, ਜੰਮੇ ਸਾਈਂ ਵਿਸਾਰਿਆ, ਜੰਮਦਿਆਂ ਸਾਰ ਤੇ ਆਪਣੇ ਮਾਲਕ ਨੂੰ ਭੁਲਾ ਦਿੱਤਾ ਇਹਨੇ। ਜੰਮਦਿਆਂ ਸਾਰ ਮਾਂ ਪਿਓ ਜਿਹੜਾ ਵਾ ਉਹ ਮਾਂ ਦੀ ਕੁੱਖ ਚੋਂ ਜਦੋਂ
ਜਿਹਨੂੰ ਸਾਹਿਬਾਂ ਆਖਿਆ ਵਿੱਚੋਂ ਗਰਭ ਹੈ ਨਿਕਲ ਆਇਆ। ਜਦੋਂ ਜਨਮ ਪ੍ਰਾਪਤ ਹੋਇਆ ਤੇ ਕਹਿੰਦੇ ਸਾਈਂ ਵਿਸਾਰ ਦਿੱਤਾ, ਤੇ ਜਦੋਂ ਬੰਦਾ ਵਿਆਹਿਆ ਗਿਆ ਕਹਿੰਦੇ ਜੰਮੇ ਸਾਈਂ ਵਿਸਾਰਿਆ, ਵਿਵਾਹਿਆ ਮਾਂ ਪਿਓ ਵਿਸਾਰੇ ਜੀ। ਕਹਿੰਦੇ ਜਦੋਂ ਵਿਆਹਿਆ ਜਾਂਦਾ ਤੇ ਉਦੋਂ ਮਾਂ ਪਿਓ ਨੂੰ ਵਿਸਾਰ ਦਿੰਦਾ ਆ। ਸਾਰੇ ਨਹੀਂ ਐਵੇਂ ਹੁੰਦਾ। ਜਿਨ੍ਹਾਂ ਮਾਪਿਆਂ ਨੇ ਆਪਣੇ ਬੱਚਿਆਂ ਦੀ ਪਰਵਰਿਸ਼ ਗੁਰਮਤ ਅਨੁਸਾਰ ਕੀਤੀ ਹੋਵੇ, ਜਿਨ੍ਹਾਂ ਆਪਣੇ ਬੱਚੀਆਂ ਆਪਣੇ ਧੀਆਂ ਪੁੱਤਰਾਂ ਨੂੰ ਯੋਗ ਸਿੱਖਿਆ ਦਿੱਤੀ ਹੋਵੇ, ਉਹ ਕਦੀ ਵੀ ਉਹਨਾਂ ਨੂੰ ਇਵੇਂ ਦਾ ਦਿਨ ਨਹੀਂ ਵੇਖਣਾ ਪੈਂਦਾ। ਪਰ ਜਿਨ੍ਹਾਂ ਨੇ ਜਿਉਂਦੇ ਜੀ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕੀਤਾ, ਫਿਰ ਉਹਨਾਂ ਦੇ ਸਾਹਮਣੇ ਇਹੋ ਜਿਹੀਆਂ ਮੁਸ਼ਕਲਾਂ ਦਰਪੇਸ਼ ਆਉਂਦੀਆਂ। ਕਾਮਣ ਕਾਮਣੇ ਆ ਰਹੀ ਹੈ ਕੀਤੋ ਕਾਮਣ ਕੰਤ ਪਿਆਰੇ। ਕਹਿਣ ਲੱਗੇ ਜਿਹੜੀ ਆਈ ਵਿਆਹੀ ਬੀਬੀ ਰਾਣੀ, ਉਹਨੇ ਐਸਾ ਪ੍ਰਭਾਵ ਆਪਣੇ ਪਤੀ ਦੇ ਉੱਤੇ ਪਾਇਆ, ਉਹ ਉਹਨੂੰ ਇਵੇਂ ਦੇ ਬੋਲ ਆਖਦੀ ਹੈ, ਵਾਰ-ਵਾਰ ਆਖਦੀ ਹੈ ਕਿ ਇਹ ਤੇਰੇ ਮਾਪੇ, ਤੇਰੀ ਮਾਤਾ ਨੇ ਮੈਨੂੰ ਇਦਾਂ ਕਹਿਤਾ, ਤੇਰੇ ਬਾਪੂ ਨੇ ਇਵੇਂ ਕਹਿਤਾ। ਕਿਉਂਕਿ ਉਹਦੇ ਕੋਲ ਉਹ ਵਾਲੀ ਸਿੱਖ ਮੱਤ ਨਹੀਂ ਸੀ ਜਿਹੜੀ ਭਗਤ ਫਰੀਦ ਸਾਹਿਬ ਨੇ ਦਿੱਤੀ, ਜਿਹੜੀ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਨੇ ਦਿੱਤੀ, ਜਿਹੜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬੀਬੀ ਵੀਰੋ ਨੂੰ ਚੱਲਣ ਲੱਗਿਆਂ ਦਿੱਤੀ। ਗੁਰਦੁਆਰਿਆਂ ਦੇ ਵਿੱਚ ਜਦੋਂ ਆਨੰਦ ਕਾਰਜ ਹੁੰਦੇ ਸਨ, ਤੇ ਉਸ ਵੇਲੇ ਗ੍ਰੰਥੀ ਸਿੰਘ ਨੇ ਜਿਹਨੇ ਲਾਵਾਂ ਕਰਵਾਉਣੀਆਂ, ਉਹਨੇ ਫਿਰ ਪਿੱਛੋਂ ਸਿੱਖਿਆ ਜਿਹੜੀ ਉਹ ਸੁਣਾਈ ਜਾਂਦੀ ਹੁੰਦੀ ਸੀ। ਤੇ ਸਿੱਖਿਆ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਕਿ ਇਹ ਗ੍ਰਸਤੀ ਧਰਮ ਸ਼ੁਰੂਆਤ ਹੋ ਰਹੀ ਹੈ, ਕਿਵੇਂ ਅਗਲੇ ਪਰਿਵਾਰ ਵਿੱਚ ਵਿਚਰਨਾ ਆ, ਜਾ ਕੇ ਜਵਾਈ ਦੇ ਕੀ ਫਰਜ਼ ਨੇ ਉਹਦੇ ਸਹੁਰਿਆਂ ਦੇ ਪ੍ਰਤੀ, ਇਹ ਸਾਰੀਆਂ ਗੱਲਾਂ ਦੱਸੀਆਂ ਜਾਂਦੀਆਂ ਸੀ। ਬੀਬੀ ਵੀਰੋ ਜੀ ਦਾ ਜ਼ਿਕਰ ਹੁੰਦਾ ਸੀ। ਬੀਬੀ ਅਮਰੋ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਜਿਹੜੀ ਆ ਸੁਪੁੱਤਰੀ, ਉਹਨਾਂ ਦੀ ਸ਼ਾਦੀ ਦਾ ਜ਼ਿਕਰ ਹੋਇਆ ਕਰਦਾ ਸੀ। ਪਰ ਸਮਾਂ ਪਾ ਕੇ, ਕਿਉਂਕਿ ਸਾਡੇ ਕੋਲ ਸਮਾਂ ਨਹੀਂ ਰਿਹਾ, ਸਾਨੂੰ ਹੁੰਦਾ ਹੈ ਬਸ ਪਹਿਲਾਂ ਤੇ ਸਮਾਂ ਸਿਰ ਗੁਰਦੁਆਰੇ ਪਹੁੰਚਿਆ ਨਹੀਂ ਜਾਂਦਾ, ਜੇ ਪਹੁੰਚਿਆ ਜਾਂਦਾ ਫਿਰ ਚੁਟਕੀ ਮਾਰ ਕੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਛੇਤੀ ਕਰ ਦਿਓ, ਬਸ ਹੁਣ ਛੇਤੀ ਤੋਂ ਛੇਤੀ ਲਾਵਾਂ ਕਰਾ ਦਿਓ। ਤੇ ਉੱਥੇ ਹੀ ਸਮਾਂ ਹੁੰਦਾ ਆ ਜਿੱਥੇ ਇਸ ਚੀਜ਼ ਨੂੰ ਸਮਝਣਾ ਹੁੰਦਾ ਆ। ਹੁਣ ਭਾਈ ਗੁਰਦਾਸ ਸਾਹਿਬ ਆਖਦੇ ਆ, ਕਹਿਣ ਲੱਗੇ ਹੋਇਆ ਕਿ ਕਹਿੰਦੇ ਕਾਮਣ ਕਾਮਣ ਆਰੀਐ ਕੀਤੋ ਕਾਮਣ ਕੰਤ ਪਿਆਰੇ, ਬੜਾ ਪ੍ਰਭਾਵ ਪਾਇਆ। ਤੇ ਉਹ ਸੱਜਣ ਜੰਮੇ ਸਾਈਂ ਵਿਸਾਰਿਆ, ਵਿਵਾਹਿਆ ਮਾਂ ਪਿਓ ਵਿਸਾਰੇ। ਜਿਨ੍ਹਾਂ ਜੰਮਦਿਆਂ ਸਾਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਵਿਸਾਰ ਦਿੱਤਾ ਸੀ। ਕਹਿੰਦੇ ਵਿਆਹਿਆ ਗਿਆ ਤੇ ਮਾਂ ਪਿਓ ਵੱਲੋਂ ਥੋੜਾ ਥੋੜਾ ਜਿਹਾ ਪਾਸਾ ਵੱਟਣ ਲੱਗ ਪਿਆ। ਇਹ ਹੁਣ ਗੁਰਬਾਣੀ ਆ, ਭਾਈ ਗੁਰਦਾਸ ਸਾਹਿਬ ਦੇ ਬੋਲ ਜਿਹੜੇ, ਇਹਨਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ। ਜੰਮੇ ਸਾਈਂ ਵਿਸਾਰਿਆ, ਵਿਵਾਹਿਆ ਮਾਂ ਪਿਓ ਵਿਸਾਰੇ। ਹੁਣ ਬਾਹਰੋਂ ਕੁਝ ਖਾਣ ਵਾਸਤੇ ਲੈ ਕੇ ਆਂਦਾ ਤੇ ਉਹ ਸਿੱਧਾ ਆਪਣੇ ਰੂਮ ਵਿੱਚ ਲੈ ਕੇ ਜਾਂਦਾ, ਮਾਂ ਪਿਓ ਨੂੰ ਸੁਲਾ ਵੀ ਨਹੀਂ ਮਾਰਦਾ। ਅਕਸਰ ਇਹ ਗੱਲਾਂ ਪਰਿਵਾਰਾਂ ਦੇ ਵਿੱਚ ਵੇਖੀਆਂ ਜਾਂਦੀਆਂ ਆ। ਭਾਈ ਗੁਰਦਾਸ ਕਹਿੰਦੇ ਪਰ ਸੁੱਖਾਂ ਸੁੱਖ ਵਿਵਾਹਿਆ, ਸੌਣ ਸੰਜੋਗ ਵਿਚਾਰ ਵਿਚਾਰੇ। ਉਹ ਕਹਿਣ ਲੱਗੇ ਬੜੀਆਂ ਸੁੱਖਾਂ ਸੁੱਖ ਕੇ ਮਾਂ ਪਿਓ ਨੇ ਪੁੱਤਰ ਆਪਣਾ ਵਿਆਹਿਆ ਸੀ, ਬੱਚਿਆਂ ਦੀ ਸ਼ਾਦੀ ਕੀਤੀ। ਪੁੱਤ ਨੋਹੇ ਦਾ ਮੇਲ ਵੇਖ ਅੰਗ ਨਾ ਮਾਵਣ। ਮਾਂ ਪਿਓ ਬਾਰੇ ਆਪਣੇ ਪੁੱਤਰ ਨੂੰ, ਆਪਣੇ ਨੂੰਹ ਨੂੰ ਵੇਖ ਵੇਖ ਕੇ ਮਾਂ ਪਿਓ ਅਸੀਸਾਂ ਦਿੰਦਾ ਆ। ਮਾਂ ਪਿਓ ਅਸੀਸਾਂ ਦਿੰਦਾ ਹੈ, ਜਿਨ੍ਹਾਂ ਨੇ ਉਹਨਾਂ ਨੂੰ ਛੋਟਿਆਂ ਛੋਟਿਆਂ ਨੂੰ ਪਾਲਿਆ ਹੁੰਦਾ ਹੈ, ਉਹਨਾਂ ਵਾਸਤੇ ਮਸ਼ੱਕਤ ਕੀਤੀ ਹੁੰਦੀ ਆ। ਪਰ ਕਹਿੰਦੇ ਉਹ ਤੇ ਉਹਨਾਂ ਨੂੰ ਰੋਜ਼ਾਨਾ ਵੇਖ ਵੇਖ ਕੇ ਬੜੇ ਖੁਸ਼ ਹੁੰਦੇ ਨੇ। ਪਰ ਨੋ ਨਿਤ ਮੰਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਪਰ ਉਹ ਪਰਿਵਾਰ ਦੀ ਹਾਲਾਤ ਇਵੇਂ ਦੀ ਹੋ ਜਾਂਦੀ ਆ, ਖਿੱਚੋ ਤਾਣ ਸ਼ੁਰੂ ਹੋ ਗਈ। ਧਿਰਾਂ ਦੋਵਾਂ ਦਾ ਕਈ ਵਾਰੀ ਕਸੂਰ ਹੁੰਦਾ ਆ। ਧਿਰਾਂ ਦੋਵਾਂ ਦਾ ਕਸੂਰ, ਕਿਉਂਕਿ ਖਾਸ ਕਰਕੇ ਬੀਬੀਆਂ ਵਿੱਚ ਵੀ ਇਹ ਗੱਲ ਵੇਖੀ ਜਾਂਦੀ ਆ ਕਿ ਅਸੀਂ ਧੀ ਵਾਸਤੇ ਸੋਚ ਕੁਝ ਹੋਰ ਰੱਖਦੇ ਹਾਂ, ਨੂੰਹ ਵਾਸਤੇ ਸੋਚ ਕੁਝ ਹੋਰ ਰੱਖਦੇ ਹਾਂ। ਜੇ ਧੀ ਕਿਤੇ ਹਫ਼ਤੇ ਬਾਅਦ ਮਿਲਣ ਵਾਸਤੇ ਆ ਜਾਏ ਤੇ ਕਹਿ ਦਿੰਦੇ ਆ ਬੜਾ ਚੰਗਾ ਹੋਇਆ ਧੀਏ ਤੂੰ ਮੈਨੂੰ ਮਿਲਣ ਵਾਸਤੇ ਆਈ ਆ, ਬੜੀ ਖੁਸ਼ੀ ਹੁੰਦੀ ਹੈ ਉਦੋਂ। ਪਰ ਜਦੋਂ ਨੌਂ ਕਿਤੇ ਕਹਿ ਦੇ ਕਿ ਮੇਰੇ ਮਾਤਾ ਬਿਮਾਰ ਨੇ ਜਾਂ ਪਿਤਾ ਜੀ ਢਿੱਲੇ ਨੇ ਜਾਂ ਮੈਂ ਉਹਨਾਂ ਦੇ ਕੋਲ ਜਾਣਾ ਆ, ਉਦੋਂ ਤੂੰ ਦੂਜੇ ਦਿਨ ਤੁਰੀ ਰਹਿਨੀ, ਚੌਥੇ ਦਿਨ ਤੁਰੀ ਰਹਿਨੀ। ਦੋਵਾਂ ਵਾਸਤੇ ਵੱਖੋ ਵੱਖਰਾ ਕਿਉਂ? ਦੋਗਲੀ ਨੀਤੀ ਕਾਹਦੇ ਵਾਸਤੇ? ਇੱਥੋਂ ਹੀ ਪਰਿਵਾਰਾਂ ਦੇ ਰਿਸ਼ਤੇ ਖਰਾਬ ਹੁੰਦੇ ਨੇ। ਹੁਣ ਜੇ ਅਸੀਂ ਆਪਣੀ ਧੀ ਨੂੰ ਜਾਂ ਆਪਣੀ ਭੈਣ ਨੂੰ ਇਹ ਗੱਲ ਮੰਨਦੇ ਹਾਂ ਕਿ ਉਹਦਾ ਸਹੁਰੇ ਪਰਿਵਾਰ ਵਿੱਚ ਅਦਬ ਸਤਿਕਾਰ ਹੋਵੇ, ਬੜੀ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਉਹਦਾ ਪਰਿਵਾਰ ਉਹਦੀ ਹਾਮੀ ਭਰਦਾ, ਉਹਦਾ ਸਹੁਰਾ ਪਰਿਵਾਰ ਉਹਨੂੰ ਪੁੱਛ ਕੇ ਚੱਲਦਾ, ਤੇ ਫਿਰ ਆਪਣੀ ਨੂੰਹ ਵਾਸਤੇ ਇਹ ਡਬਲ ਸਿਚੁਏਸ਼ਨ ਕਿਉਂ ਬਣ ਜਾਂਦੀ ਹੈ? ਫਿਰ ਡਬਲ ਮਾਈਂਡਡ ਕਿਉਂ ਹੋ ਜਾਂਦੇ ਆਪਾਂ? ਦੋਗਲੀ ਨੀਤੀ ਕਾਹਦੇ ਵਾਸਤੇ ਵਰਤਦੇ ਹਾਂ? ਇਵੇਂ ਨਹੀਂ ਹੋਣਾ ਚਾਹੀਦਾ। ਹੁਣ ਇੱਥੇ ਭਾਈ ਗੁਰਦਾਸ ਸਾਹਿਬ ਜੀ ਨੇ ਜਿਹੜਾ ਵਿਸ਼ਾ ਰੱਖਿਆ, ਉਹ ਕਹਿੰਦੇ ਆ ਕਿ ਉਹਨੇ ਫਿਰ ਬੀਬੀ ਰਾਣੀ ਨੇ ਆਪਣੇ ਕੰਤ ਨੂੰ ਰੋਜ਼ਾਨਾ ਰੋਜ਼ਾਨਾ ਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਨਹੀਂ ਇਹਨਾਂ ਦੇ ਨਾਲ ਨਹੀਂ ਬਣਾਉਣੀ, ਇੱਥੇ ਨਹੀਂ ਆਪਣਾ ਵਸੇਬਾ ਹੋਣਾ। ਜੇ ਤੂੰ ਮੈਨੂੰ ਰੱਖਣਾ ਆ ਤੇ ਫਿਰ ਤੈਨੂੰ ਇਹਨਾਂ ਦੇ ਨਾਲੋਂ ਮੂੰਹ ਵੱਟਣਾ ਪਵੇਗਾ। ਬਹੁਤ ਸਾਰੇ ਪਰਿਵਾਰ ਇਸ ਮੁਸੀਬਤ ਵਿੱਚੋਂ ਲੰਘੇ ਤੇ ਅਜੇ ਵੀ ਕਈ ਲੰਘ ਰਹੇ ਆ, ਕਿਉਂਕਿ ਅਸੀਂ ਇਹ ਪੜ੍ਹਿਆ ਹੀ ਨਹੀਂ।
ਅਸੀਂ ਇਹ ਵਿਚਾਰਿਆ ਹੀ ਨਹੀਂ ਕਿ ਸਾਡੇ ਕੋਲ ਇਹ ਵੀ ਆਪਣੇ ਘਰ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਆ ਕਿ ਕਿਵੇਂ ਆਪਣਾ ਜੀਵਨ ਬਸਰ ਕਰਨਾ ਆ। ਕਹਿਣ ਲੱਗੇ, ਨੌ ਨਿਤ ਮੰਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਤੇ ਹੋਇਆ ਕੀ ਜੀ ਫਿਰ? ਕਹਿੰਦੇ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਕਹਿਣ ਲੱਗੇ, ਉਹਨੇ ਆਪਣੇ ਮਾਤਾ ਪਿਤਾ ਨੂੰ ਕਿਹਾ, ਨਹੀਂ ਜੀ ਮੈਨੂੰ ਹੁਣ ਆਪਣੇ ਅੱਗੇ ਭਵਿੱਖ ਬਾਰੇ ਸੋਚਣਾ ਪੈਣਾ ਜੀ, ਮੈਨੂੰ ਲੱਗਦਾ ਮੇਰਾ ਇੱਥੇ ਫਿਊਚਰ ਤੁਹਾਡੇ ਨਾਲ ਰਹਿੰਦਿਆਂ ਬਣ ਨਹੀਂ ਪਵੇਗਾ। ਤੇ ਉਹਨੇ ਫਿਰ ਉਹ ਬੀਬੀ ਰਾਣੀ ਨੂੰ ਲੈ ਕੇ ਤੇ ਸਾਹਿਬ ਆਖਦੇ ਆ, ਵੱਖ ਹੋਵੇ ਪੁੱਤ ਰੰਨ ਲੈ, ਮਾਂ ਪਿਓ ਦੇ ਉਪਕਾਰ ਵਿਸਾਰੇ। ਕਹਿਣ ਲੱਗੇ, ਮਾਂ ਪਿਓ ਦੇ ਕੀਤੇ ਹੋਏ ਪਰਉਪਕਾਰਾਂ ਨੂੰ ਭੁਲਾ ਦਿੱਤਾ, ਵਿਸਾਰ ਦਿੱਤਾ, ਤੇ ਵਿਸਾਰ ਕੇ ਉਹਨਾਂ ਮਾਪਿਆਂ ਦੇ ਪਰਉਪਕਾਰਾਂ ਨੂੰ ਉਹ ਵੱਖਰਾ ਹੋ ਕੇ ਰਹਿਣ ਲੱਗ ਪਿਆ। ਲੋਕਾਚਾਰ ਹੋਏ ਵੱਡੇ ਕੁਚਾਰੇ, ਤੇ ਲੋਕ ਫਿਰ ਭਾਂਤ ਭਾਂਤ ਦੀਆਂ ਗੱਲਾਂ ਨਾਲੇ ਮਾਪਿਆਂ ਨੂੰ ਕਰਦੇ ਆ। ਲੋਕਾਂ ਨੇ ਤੇ ਸਵਾਦ ਲੈਣਾ ਹੈ ਨਾ ਉਹਦੇ ਚੋਂ, ਲੋਕਾਂ ਨੇ ਤੇ ਤਮਾਸ਼ਾ ਵੇਖਣਾ ਹੁੰਦਾ ਹੈ, ਤੇ ਉਹ ਫਿਰ ਤਮਾਸ਼ਾ ਵੇਖਦੇ ਆ। ਤੇ ਜੇ ਅਸੀਂ ਤਮਾਸ਼ਾ ਵਿਖਾਈਏ ਹੀ ਨਾ, ਜੇ ਅਸੀਂ ਵਿਖਾਈਏ ਹੀ ਨਾ, ਸਾਨੂੰ ਸਮਝ ਹੋਵੇ ਇਸ ਗੱਲ ਦੀ ਕਿ ਨਹੀਂ, ਜੇ ਉਹ ਧੀ ਘਰ ਵਿੱਚ ਆਈ ਹੈ ਤੇ ਉਹ ਵੀ ਸਾਡੀ ਆਪਣੀ ਆ, ਉਹ ਵੀ ਸਾਡੀ ਆਪਣੀ ਆ। ਜੇ ਉਹਨੂੰ ਵਾਕਿਆ ਹੀ ਧੀ ਬਣਾ ਲਵਾਂਗੇ ਤੇ ਫਿਰ ਇਹੋ ਜਿਹੀਆਂ ਮੁਸ਼ਕਲਾਂ ਨਹੀਂ ਆਉਣਗੀਆਂ। ਪਰ ਦੂਜੇ ਪਾਸੇ ਇਹ ਵੀ ਗੱਲ ਆ ਕਿ ਹਾਂ, ਜੇ ਇੱਕ ਧੀ ਪਰਿਵਾਰ ਵਿੱਚ ਆਉਂਦੀ, ਤੇ ਭਾਈ ਗੁਰਦਾਸ ਦਾ ਬੜਾ ਪਿਆਰਾ ਇੱਕ ਹੋਰ ਬੋਲ ਆ। ਭਾਈ ਗੁਰਦਾਸ ਜੀ ਕਹਿੰਦੇ ਆ, ਪੂਛਤ ਹੈ ਸੁਹਾਗਣ ਪੈ, ਕਰਮ ਹੈ ਦੁਹਾਗਣ ਕੇ, ਹਿਰਦੈ ਵੀ ਵਿਚਾਰ ਕਤ ਸੇਜਾ ਬੁਲਾਈਐ। ਕਹਿਣ ਲੱਗੇ, ਇੱਕ ਧੀ ਜਿਹਦਾ ਵਿਆਹ ਹੋਣਾ ਆ, ਉਹ ਇੱਕ ਸੁਹਾਗਣ ਇਸਤਰੀ ਜਿਹੜੀ ਆਪਣੇ ਸਹੁਰੇ ਪਰਿਵਾਰ ਵਿੱਚ ਬੜਾ ਮਾਣ, ਬੜਾ ਅਦਬ, ਬੜਾ ਸਤਿਕਾਰ ਪ੍ਰਾਪਤ ਕਰ ਰਹੀ ਆ, ਉਹ ਉਹਨੂੰ ਪੁੱਛਦੀ ਹੈ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ। ਉਹਨੂੰ ਸਾਰੀਆਂ ਗੱਲਾਂ ਦੱਸਦੀ ਹੈ ਕਿ ਇਵੇਂ ਆਪਣੇ ਪਤੀ ਨੂੰ, ਇਵੇਂ ਆਪਣੇ ਪਰਿਵਾਰ ਨੂੰ, ਸਹੁਰੇ ਪਰਿਵਾਰ ਨੂੰ ਡੀਲ ਕਰਨਾ। ਉਹਦੇ ਕੋਲੋਂ ਸੁਣ ਲਿਆ ਸਾਰਾ ਕੁਝ, ਪਰ ਮੰਨਿਆ ਹੀ ਨਹੀਂ, ਉਹ ਗੱਲ ਮੰਨੀ ਨਹੀਂ। ਤੇ ਕਿਵੇਂ ਖੁਸ਼ੀ ਹਾਸਲ ਹੋ ਸਕਦੀ ਹੈ ਉਹਨੂੰ? ਨਹੀਂ ਹੋ ਸਕਦੀ। ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ। ਇਹ ਗੱਲ ਜ਼ਰੂਰ ਕਰਨੀ ਆਪ ਜੀ ਦੇ ਨਾਲ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਆਪ ਜੀ ਸਾਰੇ ਜਾਣਦੇ, ਉਹਨਾਂ ਦੇ 3 ਪੁੱਤਰ ਨੇ, ਬਾਬਾ ਪ੍ਰਿਥੀ ਚੰਦ, ਬਾਬਾ ਮਹਾਦੇਵ ਤੇ ਗੁਰੂ ਅਰਜਨ ਦੇਵ ਸਾਹਿਬ। ਹੁਣ ਬਾਬਾ ਪ੍ਰਿਥੀ ਚੰਦ ਦਾ ਸੁਭਾਅ ਕਿਦਾਂ ਦਾ? ਇਹ ਗੁਰੂ ਪਰਿਵਾਰ ਦੇ ਵਿੱਚ ਵੀ ਇਵੇਂ ਦਾ ਹੋਇਆ। ਗੁਰੂ ਪਰਿਵਾਰ ਵਿੱਚ, ਕਿਉਂਕਿ ਜਿੰਨੇ ਗੁਰੂ ਕੀ ਮਾਤੀ ਨਹੀਂ ਧਾਰਨ ਕੀਤੀ, ਉਹ ਗੁਰੂ ਕਾ ਪੁੱਤਰ ਹੀ ਕਿਉਂ ਨਾ ਹੋਵੇ, ਭਾਵੇਂ ਸਤਿਗੁਰੂ ਸਾਹਿਬ ਮਹਾਰਾਜ ਉਹਨੂੰ ਵੀ ਸਮਝਾਉਂਦੇ ਤੇ ਉਹਦੇ ਰਾਹੀਂ ਸਾਨੂੰ ਵੀ ਸਮਝਾਉਂਦੇ ਆ। ਹੁਣ ਬਾਬਾ ਪ੍ਰਿਥੀ ਚੰਦ ਦੀ ਬਿਰਤੀ ਬੜੀ ਲੋਭ ਵਾਲੀ, ਬੜੀ ਲਾਲਚ ਵਾਲੀ। ਤੇ ਦੂਜੀ ਗੱਲ ਹੋਰ ਨਾਲ ਨੋਟ ਕਰਿਓ ਕਿ ਜਿਵੇਂ ਦਾ ਸੁਭਾਅ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਦਾ, ਉਵੇਂ ਦੀ ਰੱਬ ਦੇ ਨਾਂ ਵਾਲੀ ਮਾਤ ਗੰਗਾ ਸਾਹਿਬ ਜੀ, ਉਹਨਾਂ ਦਾ ਸੁਭਾਅ ਵੀ ਰੱਬੀ ਮੂਰਤ ਨੇ ਉਹ। ਤੇ ਇੱਧਰ ਬਾਬਾ ਪ੍ਰਿਥੀ ਚੰਦ ਲਾਲਚੀ ਸੁਭਾਅ ਦਾ, ਤੇ ਉਹਦਾ ਜੋੜ ਬਣ ਗਿਆ ਬੀਬੀ ਕਰਮੋ ਦੇ ਨਾਲ, ਤੇ ਦੋਵਾਂ ਦਾ ਸੁਭਾਅ ਇੱਕੋ ਜਿਹਾ। ਇੱਧਰ ਦੋਵੇਂ ਲਾਲਚੀ ਕਿਸਮ ਦੇ ਆ। ਬੀਬੀ ਕਰਮੋ ਮੱਚ ਜਾਂਦੀ ਆ, ਸੜ ਜਾਂਦੀ ਆ। ਜਿਹੜੇ ਗੁਰੂ ਘਰ ਦੇ ਦੁਸ਼ਾਲੇ ਤੇ ਗੁਰੂ ਘਰ ਆਉਂਦੀਆਂ ਹੋਈਆਂ ਭਟਾਵਾਂ, ਉਹਨਾਂ ਵੱਲ ਵੇਖ ਕੇ ਕਲਪਨਾ ਸ਼ੁਰੂ ਕਰ ਦਿੰਦੀ ਆ। ਹੁਣ ਗੁਰੂ ਰਾਮਦਾਸ ਮਹਾਰਾਜ ਜਦੋਂ ਜੋਤੀ ਜੋਤ ਸਮਾਉਣ ਲੱਗਦੇ ਨੇ, ਗੁਰਿਆਈ ਦਾ ਤਿਲਕ ਗੁਰਤਾ ਗੱਦੀ ਤੇ ਸ਼ੋਭਨੀਕ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਨੂੰ ਕੀਤਾ ਜਾਂਦਾ ਹੈ। ਤੇ ਹੋਇਆ ਕੀ ਉਸ ਵੇਲੇ? ਉਸ ਵੇਲੇ ਹੋਇਆ ਇਹ ਕਿ ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਰਜਨ ਦੇਵ ਜੀ ਨੂੰ ਦੇ ਦਿੱਤੀ, ਤੇ ਬਾਬਾ ਪ੍ਰਿਥੀ ਚੰਦ ਬਹੁਤ ਬੋਲਿਆ ਜੀ, ਬਹੁਤ। ਹੁਣ ਵੇਖੋ, ਇਹ ਸਾਨੂੰ ਸਿੱਖਿਆ ਦੇਣ ਦੇ ਲਈ ਨਾ, ਕਿ ਮਾਂ ਪਿਓ ਦਾ ਅਦਬ ਕਰਨਾ ਚਾਹੀਦਾ ਹੈ। ਹੁਣ ਸੀ ਤੇ ਗੁਰੂ ਕੇ ਪਰਿਵਾਰ ਦਾ ਆਪਣਾ ਘਰ ਦਾ ਮਸਲਾ ਏ, ਪਰ ਸਤਿਗੁਰੂ ਸਾਹਿਬ ਮਹਾਰਾਜ ਜੀਆਂ ਨੇ ਇਹ ਸਾਡੇ ਸਾਰਿਆਂ ਦੇ ਸਿੱਖਿਆ ਦੇ ਲਈ ਇਹਨੂੰ ਰੱਬੀ ਬਾਣੀ ਵਿੱਚ ਦਰਜ ਕਰ ਦਿੱਤਾ ਜੀ। ਜਦੋਂ ਬਾਬੇ ਪ੍ਰਿਥੀ ਚੰਦ ਨੇ ਬਹੁਤ ਬੋਲ ਕਬੋਲ ਬੋਲੇ, ਤੇ ਉਸ ਵੇਲੇ ਗੁਰੂ ਰਾਮਦਾਸ ਜੀ ਦਾ ਬੋਲਿਆ, ਇਹ ਅੱਜ ਦੀ ਜਿਹੜੀ ਜੰਗ ਜਨਰੇਸ਼ਨ ਆ, ਇਹ ਸਾਰਿਆਂ ਦੇ ਵਾਸਤੇ ਆ। ਜਿਹੜੇ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ, ਜਿਹੜੇ ਆਪਣੇ ਮਾਤਾ ਪਿਤਾ ਦੀ ਕਦਰ ਨਹੀਂ ਕਰਦੇ, ਉਹਨਾਂ ਦੀ ਸੇਵਾ ਨਹੀਂ ਕਰਦੇ, ਇਹ ਸਾਰਿਆਂ ਵਾਸਤੇ। ਜਿਹੜੇ ਉਹਨਾਂ ਦੇ ਨਾਲ ਝਗੜਾ ਕਰਦੇ ਆ, ਅਕਸਰ ਇਹ ਗੱਲਾਂ ਕੰਨਾਂ ਦੇ ਰਾਹੀਂ ਸੁਣੀਆਂ ਹੋਈਆਂ ਗੱਲਾਂ, ਆਪਣੇ ਮਾਪਿਆਂ ਨੂੰ ਕਿਹਾ ਜਾਂਦਾ, ਤੁਸੀਂ ਸਾਡੇ ਵਾਸਤੇ ਕੀਤਾ ਕੀ ਆ? ਤੁਸੀਂ ਸਾਡੇ ਵਾਸਤੇ ਕੀ ਬਣਾਇਆ ਹੈ? ਇਹ ਜੋ ਕੁਝ ਬਣਾਇਆ, ਅਸੀਂ ਆਪ ਆਪਣੇ ਬਲਬੂਤੇ ਤੇ ਬਣਾਇਆ। ਬਿਲਕੁਲ ਗਲਤ ਗੱਲ ਆ। ਜਿਵੇਂ ਦੇ ਸੋਰਸਸ ਉਹਨਾਂ ਸਾਡੇ ਬਜ਼ੁਰਗਾਂ ਦੇ, ਸਾਡੇ ਮਾਪਿਆਂ ਦੇ ਸਮੇਂ ਸੀ, ਉਹਨਾਂ ਵੀ ਆਪਣੇ ਸਮੇਂ ਤੇ ਪੂਰੀ ਵਾਹ ਲਾਈ, ਪਰ ਜੋ ਉਹਨਾਂ ਦੇ ਕਰਮਾਂ ਸੀ, ਉਹਨਾਂ ਨੂੰ ਪ੍ਰਾਪਤ ਹੋਇਆ। ਤੇ ਸਾਡੇ ਸਮੇਂ ਦੇ ਨਾਲ ਸੋਰਸਸ ਬਦਲੇ, ਐਜੂਕੇਸ਼ਨ ਦਾ ਸਿਸਟਮ ਚੇਂਜ ਹੋਇਆ, ਜਿਹੜੀ ਆ ਤਕਨੀਕ ਬਦਲੀ, ਉਹਦੇ ਕਰਕੇ ਅਸੀਂ ਫਿਰ ਆਪਣੇ, ਉਹ ਕਹਿੰਦੇ ਵੀ ਕਈ ਵਾਰੀ ਤੇ ਆਪਣੇ ਮਾਂ ਪਿਓ ਨੂੰ ਅਸੀਂ ਕਿਸੇ ਦੇ ਨਾਲ ਮਿਲਾਉਣ ਤੋਂ ਵੀ ਗੁਰੇਜ਼ ਕਰਦੇ ਹਾਂ। ਅਸੀਂ ਗੁਰੇਜ਼ ਕਰਦੇ ਹਾਂ ਕਈ ਵਾਰੀ ਕਿ ਨਹੀਂ ਨਹੀਂ, ਇਹਨਾਂ ਨੂੰ ਕੀ ਮਿਲਾਉਣਾ ਕਿਸੇ ਦੇ ਨਾਲ। ਬੜੀ ਉਹਦੇ ਵਿੱਚ ਸ਼ਰਮ ਮਹਿਸੂਸ ਜਿਹੜੀ ਆ ਉਹ ਕੀਤੀ ਜਾਂਦੀ ਆ। ਹੁਣ ਗੁਰੂ ਰਾਮਦਾਸ ਮਹਾਰਾਜ ਆਪਣੇ ਪੁੱਤਰ ਬਾਬੇ ਪ੍ਰਿਥੀ ਚੰਦ ਨੂੰ ਸਮਝਾ ਰਹੇ ਆ, ਤੇ ਕੱਲਾ ਉਹਨਾਂ ਨੂੰ ਨਹੀਂ ਸਮਝਾ ਰਿਹਾ, ਸਾਨੂੰ ਵੀ ਨਾਲ ਸਮਝਾ ਰਹੇ ਆ। ਕੀ ਆਖਦੇ ਨੇ ਮੇਰੇ ਪਾਤਸ਼ਾਹ ਸਾਹਿਬ? ਆਖਦੇ ਨੇ,
ਕਾਹੇ ਪੂਤ, ਐ ਪੁੱਤਰਾ ਕਾਹੇ ਪੂਤ ਝਗੜਤ ਹੋ ਸੰਗ ਬਾਪ। ਐ ਪੁੱਤਰਾ ਕਾਹਦੇ ਵਾਸਤੇ ਆਪਣੇ ਵੱਡਿਆਂ ਦੇ ਨਾਲ ਲੜਦਾ ਹੈ, ਆਪਣੇ ਬਾਪ ਨਾਲ ਲੜਦਾ ਹੈ, ਮਾਂ ਨਾਲ ਲੜਦਾ ਹੈ, ਮਾਪਿਆਂ ਦੇ ਨਾਲ ਲੜਦਾ ਹੈ। ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਕਹਿਣ ਲੱਗੇ ਜਿਨ੍ਹਾਂ ਨੇ ਤੈਨੂੰ ਜੰਮਿਆ, ਜਿਨ੍ਹਾਂ ਨੇ ਤੈਨੂੰ ਪਾਲਿਆ, ਤੈਨੂੰ ਵੱਡਿਆਂ ਕੀਤਾ, ਅੱਜ ਤੈਨੂੰ ਉਹ ਹੀ ਨਹੀਂ ਚੰਗੇ ਲੱਗਦੇ। ਉਹ ਮਾਂ-ਬਾਪ ਜਿਨ੍ਹਾਂ ਨੇ ਔਖ ਸੌਖ ਦੇ ਵਿੱਚ ਹਰ ਪ੍ਰਕਾਰ, ਕੋਈ ਗਰੀਬ ਤੋਂ ਗਰੀਬ ਮਾਂ ਵੀ ਹੋਵੇ ਨਾ, ਉਹ ਬੇਸ਼ੱਕ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੋਵੇ, ਪੋਚਾ ਲਾਉਂਦੀ ਹੋਵੇ, ਪਰ ਉਹਦਾ ਵੀ ਮਾਂ ਚਾਹੇ ਕੱਖਾਂ ਦੀ ਕੁੱਲੀ ਵਿੱਚ ਰਹਿੰਦੀ ਹੋਵੇ, ਪਰ ਉਹਦਾ ਸੁਪਨਾ ਹੁੰਦਾ ਹੈ ਕਿ ਉਹਦਾ ਪੁੱਤ ਬਾਦਸ਼ਾਹ ਬਣੇ। ਉਹਦੀ ਹਮੇਸ਼ਾ ਇਹ ਅਸੀਸ ਹੁੰਦੀ ਹੈ ਕਿ ਉਹਦਾ ਪੁੱਤ ਬਾਦਸ਼ਾਹ ਬਣੇ। ਸਾਹਿਬ ਆਖਦੇ ਆ ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਵਡੀਰੇ ਤੁਮ ਹੋ, ਤਿਨ ਸਿਓ ਝਗੜਤ ਪਾਪ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਜਿਸ ਅਹੁਦੇ ਦਾ ਤੂੰ ਮਾਣ ਕਰਦਾ ਕਿ ਇਹ ਤਾਂ ਮੈਂ ਆਪ ਆਪਣੀ ਮਿਹਨਤ ਨਾਲ ਹਾਸਲ ਕੀਤਾ, ਤੁਸੀਂ ਕੀ ਬਣਾ ਕੇ ਦਿੱਤਾ ਮੈਨੂੰ। ਪਾਤਸ਼ਾਹ ਕਹਿੰਦੇ ਆ ਸੋ ਧਨ ਕਿਸੇ ਨਾ ਆਪ, ਇਹ ਧਨ ਨਹੀਂ ਕਿਸੇ ਦੇ ਨਾਲ ਨਿਭਦਾ ਹੁੰਦਾ। ਤੇ ਉਸ ਮਾਤਾ ਪਿਤਾ ਦੀ ਸੇਵਾ ਕਰਨੀ, ਪਰ ਤਰਸ ਆਉਂਦਾ ਆ ਕਿ ਲੰਗਰਾਂ ਦੇ ਵਿੱਚ ਸਾਡਾ ਬਹੁਤ ਜ਼ੋਰ ਲੱਗਦਾ ਹੈ। ਖਾਸ ਕਰਕੇ ਜਦੋਂ ਪੰਜਾਬ ਦੀ ਧਰਤੀ ਵੱਲ ਵੇਖਦੇ ਹਾਂ ਨਿਗਾਹ ਮਾਰ ਕੇ, ਥਾਂ ਥਾਂ ਤੇ ਲੋਕਾਂ ਨੂੰ ਸੜਕਾਂ ਤੇ ਘੇਰ ਘੇਰ ਕੇ ਲੰਗਰ ਖਵਾਇਆ ਜਾਂਦਾ ਹੈ। ਤੇ ਉਸੇ ਪੰਜਾਬ ਦੀ ਧਰਤੀ ਦੇ ਉੱਤੇ ਬਹੁਤ ਸਾਰੇ ਬਿਰਧ ਆਸ਼ਰਮ ਖੁੱਲੇ ਹਨ, ਤੇ ਉਹਨਾਂ ਲੋਕਾਂ ਦੇ ਮਾਂ-ਬਾਪ ਉੱਥੇ ਜਾਂਦੇ ਆ ਜਿਨ੍ਹਾਂ ਦੇ ਬੱਚੇ, ਆਖਰ ਨੂੰ ਤੇ ਕੋਈ ਨਾ ਕੋਈ ਇਵੇਂ ਦਾ ਹੋਵੇਗਾ ਨਾ ਜਿਨ੍ਹਾਂ ਦਾ ਬੱਚਾ ਲੰਗਰ ਵਿੱਚ ਤੇ ਸੇਵਾ ਕਰ ਰਿਹਾ, ਪਰ ਆਪਣੇ ਮਾਂ-ਬਾਪ ਦੀ ਸੇਵਾ ਕਰਨ ਵਾਸਤੇ ਤਿਆਰ ਨਹੀਂ। ਮਾਪਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਜੇ ਕੋਈ ਮਸਲਾ ਪਰਿਵਾਰ ਵਿੱਚ ਪੈਂਦਾ ਹੈ ਤੇ ਉਹਨੂੰ ਬਹਿ ਕੇ ਸੁਲਝਾਇਆ ਜਾਵੇ। ਤੇ ਜਦੋਂ ਅਸੀਂ ਗੁਰੂ ਸਾਹਿਬ ਦਾ ਆਸਰਾ ਤੱਕਾਂਗੇ ਤੇ ਕੋਈ ਵੀ ਮਸਲਾ ਐਵੇਂ ਦਾ ਨਹੀਂ, ਕਿਉਂਕਿ ਸਰਬ ਕਲਾ ਸਮਰੱਥ ਅਕਾਲ ਪੁਰਖ ਵਾਹਿਗੁਰੂ ਹੈ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋਂ ਵਿਸਾਰੇ। ਅਸੀਂ ਵਿਸਾਰੀ ਬੈਠੇ ਆ, ਪਰ ਉਹਦੇ ਚ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਬੜੀ ਤਾਕਤ ਆ, ਉਹ ਸਭ ਕੁਝ ਕਰ ਸਕਦਾ ਜੀ। ਕੀ ਨਹੀਂ ਆ ਜਿਹੜਾ ਹੋ ਨਹੀਂ ਸਕਦਾ। ਪਰ ਸਾਨੂੰ ਇਹਨਾਂ ਗੱਲਾਂ ਨੂੰ ਵਿਚਾਰਨਾ ਪਵੇਗਾ, ਸਮਝਣਾ ਪਵੇਗਾ। ਆਪਣੇ ਪਰਿਵਾਰਕ ਕਲੇਸ਼ ਜਿਹੜੇ ਨੇ ਉਹ ਖਤਮ ਕਰਨੇ ਬਹੁਤ ਜ਼ਰੂਰੀ ਨੇ, ਕਿਉਂਕਿ ਇਹ ਪਰਿਵਾਰਕ ਕਲੇਸ਼, ਸਾਖੀ ਦਾ ਮੇਰੇ ਕੋਲ ਹੁਣ ਸਮਾਂ ਨਹੀਂ ਮੈਂ ਤੁਹਾਡੇ ਨਾਲ ਸਾਂਝੀ ਕਰ ਸਕਾਂ। ਕਲਗੀਧਰ ਸਤਿਗੁਰੂ ਸਾਹਿਬ ਮਹਾਰਾਜ ਨੇ ਬੜੀ ਤਾੜਨਾ ਕੀਤੀ। ਗੁਰਸਿੱਖ ਕਹਿੰਦਾ ਮੇਰੇ ਘਰੇ ਪ੍ਰਸ਼ਾਦਾ ਛਕੋ। ਪਾਤਸ਼ਾਹ ਕਹਿੰਦੇ ਮਾਂ ਕਿੱਥੇ ਆ? ਕਹਿੰਦਾ ਜੀ ਉਹਦੇ ਨਾਲ ਤੇ ਬਣਦੀ ਨਹੀਂ, ਉਹਨੂੰ ਨਹੀਂ ਛਕਾਉਣਾ। ਪਾਤਸ਼ਾਹ ਕਹਿੰਦੇ ਆ ਦੂਜਾ ਘਰ ਕਿਹਦਾ ਲਾਗੇ? ਕਹਿੰਦਾ ਜੀ ਇਹ ਮੇਰੇ ਭਰਾ ਦਾ ਆ, ਮੇਰੀ ਉਹਨਾਂ ਨਾਲ ਵੀ ਨਹੀਂ ਬਣਦੀ। ਸਤਿਗੁਰੂ ਸਾਹਿਬ ਮਹਾਰਾਜ ਕਹਿੰਦੇ ਵੀ ਜੇ ਤੇਰੀ ਆਪਣੀ ਮਾਂ ਨਾਲ ਨਹੀਂ ਬਣਦੀ, ਆਪਣੇ ਭਰਾਵਾਂ ਨਾਲ ਨਹੀਂ ਬਣਦੀ, ਆਪਣੇ ਆਂਢ ਗੁਆਂਢ ਨਹੀਂ ਬਣਦੀ, ਗੁਰੂ ਨਾਲ ਕਿਵੇਂ ਬਣਾਵੇਗੀ ਤੇਰੀ। ਤੇ ਕਲਗੀਧਰ ਸਤਿਗੁਰਾਂ ਨੇ ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਫਿਰ ਉਸ ਸਿੱਖ ਦੇ ਘਰ ਪ੍ਰਸ਼ਾਦਾ ਤਾਂ ਛਕਿਆ ਸੀ ਜਿਹਨੇ ਆਪਣੀ ਮਾਂ ਨੂੰ ਘਰੋਂ ਬਾਹਰ ਕੱਢਿਆ ਹੋਇਆ ਸੀ। ਪਹਿਲਾਂ ਪਾਤਸ਼ਾਹ ਕਹਿੰਦੇ ਉਹਨੂੰ ਘਰੇ ਲੈ ਕੇ ਆ, ਉਹ ਮੌਤ ਨੂੰ ਆਵਾਜ਼ਾਂ ਮਾਰ ਰਹੀ ਆ, ਉਹ ਪਾਣੀ ਦੀਆਂ ਘੁੱਟਾਂ ਨੂੰ ਤਰਸ ਰਹੀ ਆ, ਤੇ ਤੁਸੀਂ ਗੁਰੂ ਨੂੰ ਪ੍ਰਸ਼ਾਦਾ ਛਕਾਉਣਾ ਚਾਹੁੰਦੇ ਹੋ ਮਾਂ ਨੂੰ ਰੁਸਾ ਕੇ। ਇਹ ਗੱਲ ਮੈਂ ਵਾਰ-ਵਾਰ ਕਰ ਰਿਹਾ ਕਿ ਧਿਰਾਂ ਦੋਵਾਂ ਦਾ ਹੀ ਕਈ ਵਾਰੀ ਕਸੂਰ ਹੁੰਦਾ ਹੈ, ਪਰ ਦੋਵਾਂ ਧਿਰਾਂ ਨੂੰ ਹੀ ਸਮਝਣਾ ਚਾਹੀਦਾ ਹੈ। ਜੀਵਨ ਵਾਰੀ-ਵਾਰੀ ਨਹੀਂ ਮਿਲਣਾ, ਗਏ ਸੋ ਗਏ ਇੱਕ ਵਾਰੀ। ਭਗਤ ਫਰੀਦ ਸਾਹਿਬ ਆਖਦੇ ਆ, ਭਗਤ ਫਰੀਦ ਸਾਹਿਬ ਜੀ ਆਖਦੇ ਨੇ ਕਿ ਕਿੱਥੇ ਤੁਹਾਡੇ ਮਾਪਿਆਂ ਜਿੰਨੀ ਤੂੰ ਜਨਿਓ ਹੈ, ਤੈ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪਤੀ ਨਹੀਂ ਹੋ, ਤੈਨੂੰ ਅਜੇ ਵੀ ਸਮਝ ਨਹੀਂ ਲੱਗੀ। ਪੜਦਾਦਾ ਪੜਦਾਦੀ ਦਾਦਾ ਦਾਦੀ ਕਿੰਨੇ ਸਾਡੇ ਬਜ਼ੁਰਗ ਚਲੇ ਗਏ, ਆਖਰ ਚਲੇ ਹੀ ਗਏ ਨਾ ਇਸ ਸੰਸਾਰ ਤੋਂ। ਉਹ ਸਾਡੀ ਵੀ ਤੇ ਵਾਰੀ ਆਉਣੀ ਹੈ ਨਾ ਇੱਕ ਦਿਨ। ਜਿਹੜਾ ਸਮਾਂ ਸਾਨੂੰ ਮਿਲਿਆ ਉਹ ਪਰਿਵਾਰ ਵਿੱਚ ਹੱਸ ਖੇਡ ਕੇ ਵੀ ਬਤੀਤ ਕੀਤਾ ਜਾ ਸਕਦਾ, ਚੰਗੀ ਤਰ੍ਹਾਂ ਇੱਕ ਦੂਜੇ ਨਾਲ ਡੀਲ ਕੀਤਿਆਂ ਵੀ ਜਿਹੜਾ ਵਾ ਉਹ ਟਾਈਮ ਸਪੈਂਡ ਕੀਤਾ ਜਾ ਸਕਦਾ ਹੈ। ਪਰ ਆਪਣੇ ਹੰਕਾਰ, ਆਪਣੀ ਈਗੋ ਨੂੰ ਪੱਠੇ ਪਾਉਂਦਿਆਂ ਬਸ ਮੈਂ ਨਹੀਂ ਕਿਸੇ ਗੱਲ ਦੇ ਉੱਤੇ ਸਹਿਮਤੀ ਪ੍ਰਗਟਾਉਣੀ, ਦੂਜਾ ਗਲਤ ਆ, ਸਾਰਾ ਜ਼ੋਰ ਹੀ ਇਸੇ ਗੱਲ ਤੇ ਲੱਗਾ ਹੋਇਆ ਕਿ ਦੂਜਾ ਗਲਤ ਸਾਬਤ ਹੋ ਜਾਏ ਤੇ ਮੈਂ ਠੀਕ ਸਾਬਤ ਹੋ ਜਾਵਾਂ। ਬਸ ਕੋਈ ਇਨਾਮ ਨਹੀਂ ਮਿਲਣਾ ਇਹਨਾਂ ਝਗੜਿਆਂ ਬਖੇੜਿਆਂ ਦੇ ਨਾਲ। ਰੱਬੀ ਬਾਣੀ ਨੂੰ ਪੜ੍ਹੀਏ, ਸੁਣੀਏ, ਸਮਝੀਏ, ਆਪਣੇ ਜੀਵਨ ਦੇ ਵਿੱਚ ਲਾਗੂ ਕਰੀਏ। ਯਤਨ ਕੀਤਾ ਹੈ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਆਪ ਜੀ ਦੇ ਨਾਲ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਨ ਦਾ। ਮੇਰੇ ਕੋਲੋਂ ਇਸ ਵਿਸ਼ੇ ਦੇ ਉੱਤੇ ਵਿਚਾਰ ਕਰਦੇ ਹਾਂ। ਕੋਈ ਭੁੱਲ ਹੋ ਗਈ ਹੋਵੇ, ਕੋਈ ਲਫ਼ਜ਼ ਵੱਧ ਘੱਟ ਕਿਹਾ ਗਿਆ ਹੋਵੇ ਤੇ ਉਹਦੇ ਲਈ ਮੈਂ ਖਿਮਾ ਚਾਹੁੰਦਾ ਹਾਂ ਜੀ, ਕਿਉਂਕਿ